ਕਬੀਰ ਮਰਤਾ ਮਰਤਾ ਜਗ ਮੁਆ, ਮਰ ਬਿਨਾ ਜਾਨਿਆ ਕੋਇ। ਐਸੀ ਮਰਨੀ ਜੋ ਮਰੈ, ਬਹੁਰ ਨ ਮਰਨਾ ਹੋਇ। ਅਮੇ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਬ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਨਾਵਾਂ ਦੋਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਖ ਹਰਤਾ ਹਰ ਨਾਮ ਪਛਾਨੋ, ਅਜਾਮਲ ਗਨਕਾ ਜਿਹ ਸਿਮਰਤ। ਮੁਕਤ ਭਏ ਜੀਅ ਜਾਨੋ, ਦੁਖ ਹਰਤਾ ਹਰ ਨਾਮ ਪਛਾਨੋ। ਅਜਾਮਲ ਗਨਕਾ ਜਿਹ ਸਿਮਰਤ, ਮੁਕਤ ਭਏ ਜੀਅ ਜਾਨੋ। ਰਹਾਉ ਗਜ ਕੀ ਤਰਾਸ ਮਿਟੀ ਛਿਨਹੂ ਮਹਿ, ਜਬ ਹੀ ਰਾਮ ਬਖਾਨੋ। ਨਾਰਦ ਕਹਿਤ ਸੁਨਤ ਧਰੁਵ ਬਾਰਿਕ, ਭਜਨ ਮਾਹਿ ਲਪਟਾਨੋ। ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਹੇ ਹੈਰਾਨੋ। ਨਾਨਕ ਕਹਿਤ ਭਗਤ ਰਛਕ ਹਰ, ਨਿਕਟ ਤਾਹੇ ਤੁਮ ਮਾਨੋ। ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਹੇ ਹੈਰਾਨੋ। ਨਾਨਕ ਕਹਿਤ ਭਗਤ ਰਛਕ ਹਰ, ਨਿਕਟ ਤਾਹੇ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਾਗਦੀ ਜੋਤ, ਪਤਿਤ ਪਾਵਨ, ਕਿਰਪਾ ਦੇ ਸਾਗਰ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤਸੰਗਤ ਦਾ ਪਵਿੱਤਰ ਸਮਾਂ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੀਆਂ ਕਰਨ ਲਈ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਜੋ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਅੱਜ ਰਾਗ ਬਿਲਾਵਲ ਵਿੱਚ ਮਹਾਰਾਜ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ।
ਚੱਲ ਰਹੇ ਘੱਲੂਘਾਰੇ ਦੇ ਇਹ ਦਿਹਾੜੇ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਤਿਗੁਰੂ ਜੀ ਮਹਾਰਾਜ ਹਜ਼ੂਰ ਦੇ ਮਹਾਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਅਕਾਲ ਤਖਤ ਸਾਹਿਬ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਅਸਥਾਨ ਦੇ ਉੱਪਰ ਜ਼ਾਲਮ ਹਕੂਮਤ ਵੱਲੋਂ ਫੌਜਾਂ ਚੜ੍ਹਾਈਆਂ ਸੀਗੀਆਂ। ਇਹ 4 ਤੇ 5 ਜੂਨ ਬਹੁਤ ਗਹਿ-ਗੱਚ ਲੜਾਈ ਹੋਈ ਸੀ। ਜੋ ਸਰਕਾਰੀ ਸੂਤਰ ਹਨ, ਜੋ ਉਹਨਾਂ ਦੇ ਅਹਿਮ ਅਹੁਦਿਆਂ 'ਤੇ ਕੰਮ ਕਰਨ ਵਾਲੇ, ਉਹਨਾਂ ਦੇ ਆਪਣੇ ਕੀਤੇ ਹੋਏ ਇਹ ਖੁਲਾਸੇ ਨੇ ਕਿ ਇੱਕ ਦੇਸ਼ ਜੋ ਕੁਝ ਦੂਸਰੇ ਦੇਸ਼ ਨੂੰ ਜਿੱਤਣ ਵਾਸਤੇ ਜਿੰਨੇ ਹੀਲੇ ਵਰਤਦਾ ਹੈ, ਜੋ ਹਥਿਆਰ ਵਰਤਦਾ ਹੈ, ਉਹ ਸਾਰੇ ਮਾਰੂ ਹਥਿਆਰ, ਉਹ ਸਾਰੇ ਸੋਰਸ, ਉਹ ਸਾਰੇ ਤਰੀਕੇ ਉਸ ਸਮੇਂ ਜ਼ਾਲਮ ਹਕੂਮਤ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਵਰਤੇ। ਕੋਈ ਇਹੋ ਜਿਹਾ ਮਾਰੂ ਹਥਿਆਰ ਨਹੀਂ ਸੀਗਾ ਜਿਹੜਾ ਉਸ ਸਮੇਂ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਨਾ ਵਰਤਿਆ ਗਿਆ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਪੰਥ ਦੇ ਅੰਦਰ ਐਸੀ ਸ਼ਕਤੀ ਭਰੀ ਹੈ, ਜਦੋਂ ਚਮਕੌਰ ਸਾਹਿਬ ਦੀ ਗੜੀ ਨੂੰ 10 ਲੱਖ ਦਾ ਘੇਰਾ ਸੀਗਾ ਤਾਂ ਭਾਈ ਦਇਆ ਸਿੰਘ ਸਾਹਿਬ ਜੀ ਨੇ ਆਖਿਆ ਸੀ, ਮਹਾਰਾਜ ਇੰਨਿਆਂ ਦਾ ਮੁਕਾਬਲਾ ਕਿਵੇਂ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਚਾਹੁੰਦੇ ਤਾਂ ਗਰੀਬ ਨਵਾਜ ਆਪਣੇ ਅਸਤਰਾਂ ਸ਼ਸਤਰਾਂ ਦੇ ਨਾਲ ਹੀ ਯੁੱਧ ਸਮਾਪਤ ਕਰ ਦਿੰਦੇ, ਪਰ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਸ਼ਹਾਦਤ ਦਾ ਗਰੀਬ ਨਵਾਜ ਜੀ ਨੇ ਸ਼ੌਂਕ ਤੇ ਚਾਹ ਬਖਸ਼ਿਸ਼ ਕਰਨਾ ਸੀਗਾ। ਅੱਲਾ ਯਾਰ ਖਾਨ ਜੋਗੀ ਨੇ ਲਿਖਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਕੇ ਨੇ ਜੋ ਬਚਨ ਕਹੇ ਹੈ कि आज्ञा ही नहीं हमें रन की, नहीं तो दुश्मन के चमन की मट्टी तक उड़ा सकते हैं हम। सच्चे पातशाह जी ने, गरीब नवाज ने अपने खालसे नूं जिउण दी जुगत दसी है। लोग मौत तो डरदे है। कबीर साहब जी ने कहा ना कि मरता मरता जग मुआ। अपनी पर रब के मुताबिक कोई विहारां च कोई किसी प्रकार अपनी औध पुगदी है, खचत हो करके अपनी औध नूं सवासां नूं भोग करके सारा संसार ही इस संसार तो जीव मरदे जा रहे है, पर मरण का भेद नहीं किसी ने जानिया। एक कबीर साहब जी ने कहा कि मर पे ना जानिया कोई, असल विच मरण का भेद ही नहीं किसी नूं पता लगा। ये मरण का भेद 10 पातशाहियां ने, गरीब नवाज ने कृपा की, तरस करके सिखां नूं बख्शिश कीता। इस मरण विच भेद की है? गरीब नवाज सच्चे पातशाह जी ने कहा कि ऐसी मरनी जो मरै, जिहड़ा इहो जी मौत मरदा है, जिहड़ी मौत जिहड़ी मरनी धर्म वास्ते है। जीवत भाव तो अंदरों शब्द की कमाई नाल अपने मन के बुरे सुभाव नूं मारना। सच्चे पातशाह कहंदे जिहड़ा इहो जी मौत मरदा है वो फिर धर्म लई भी मर मिटदा है, ते जिहड़ा इहो जी मौत मरदा ना, सतगुरु जी कहंदे बहुर ना मरना होए, बड़ो दा फिर मरना नहीं हुंदा। जिहो जी मरनी सच्चे पातशाह ने अपने सिखां नूं समझाई है। गरीब नवाज सच्चे पातशाह दे उस उपदेश ते पूरने पाउंदियां होया
ਗਿਣਤੀ ਭਾਵੇਂ ਉਸ ਸਮੇਂ ਵੀ 10 ਲੱਖ ਦੀ ਸੀਗੀ, ਤੇ ਮਹਾਂਪੁਰਖਾਂ ਦੇ ਆਪਣੇ ਕਹੇ ਹੋਏ ਬੋਲ ਕਿ ਉਨੀ ਸ਼ਕਤੀ ਤਾਂ ਨਹੀਂ, ਕਿਉਂਕਿ ਚੌਜੀ ਪਾਤਸ਼ਾਹ ਮਹਾਰਾਜ ਆਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ, ਪਰ ਸਿੱਖ ਮੈਂ ਉਸੇ ਸਤਿਗੁਰੂ ਜੀ ਦਾ ਹਾਂ, ਤੇ ਪੁੱਤਰ ਵਿੱਚ ਸ਼ਕਤੀ ਥੋੜ੍ਹੀ ਘੱਟ ਸਹੀ, ਪਰ ਮਹਾਂਪੁਰਖਾਂ ਦੇ ਕਹੇ ਹੋਏ ਬੋਲ ਸੀ। ਜੇਕਰ ਕਿ ਇਸ ਜ਼ਾਲਮ ਹਕੂਮਤ ਨੇ ਇਹ ਧਾਰ ਲਿਆ ਕਿ ਅਸੀਂ ਸਿੱਖਾਂ ਨੂੰ ਸਬਕ ਸਿਖਾਉਣਾ, ਸਿੱਖੀ ਨੂੰ ਨੇਸ ਤੋਂ ਨਬੂਦ ਕਰਨਾ, ਸਿੱਖੀ ਦਾ ਨਿਆਰਾਪੁਣਾ ਰਹਿਣ ਨਹੀਂ ਦੇਣਾ, ਤੇ ਫਿਰ ਜਿਹੜਾ ਵੀ ਹਰਿਮੰਦਰ ਸਾਹਿਬ ਦੇ ਉੱਪਰ ਚੜ੍ਹ ਕਰਕੇ ਆਵੇਗਾ ਉਹ ਆਪਣੀਆਂ ਲੱਤਾਂ ਤੇ ਤੁਰ ਕੇ ਨਹੀਂ ਜਾਵੇਗਾ। ਇਹ ਮਹਾਂਪੁਰਖਾਂ ਦੇ ਕਹੇ ਹੋਏ ਬੋਲ ਸੀਗੇ। ਤੇ ਕਿਹਾ ਸੀ ਦਾਸ ਨੇ ਕੱਚੀ ਗੜੀ ਦਾ ਦਰਸ਼ਨ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪ੍ਰਤੱਖ ਸ਼ਕਤੀ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੀ ਰਸਨਾ ਤੋਂ ਬੋਲਦੀ ਸੀ। ਕੌਮ ਮਹਾਂਪੁਰਖਾਂ ਦੇ ਇੱਕ ਇੱਕ ਬਚਨ ਨੂੰ ਬੜੇ ਗੌਰ ਨਾਲ ਸੁਣਦੀ ਸੀ। ਸੁੱਤਾ ਹੋਇਆ ਸਾਰਾ ਪੰਜਾਬ ਮਹਾਂਪੁਰਖਾਂ ਨੇ ਸੰਸਾਰ ਭਰ ਦੀ, ਵਿਸ਼ਵ ਭਰ ਦੀ ਸਿੱਖੀ ਸਾਰੀ ਜਗਾ ਦਿੱਤੀ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ, ਸਿੱਖੀ ਜਜ਼ਬੇ ਦੇ ਅੰਦਰ ਇਹੋ ਜਿਹਾ ਉਹਨਾਂ ਦਾ ਪ੍ਰਭਾਵ ਸੀ। ਇੱਕ ਵਾਰ ਮੁਖ ਤੋਂ ਬੋਲ ਕਹਿੰਦੇ ਸਨ ਤਾਂ ਵੱਡੇ ਵੱਡੇ ਨਾਸਤਕਾਂ ਦੇ ਉੱਤੇ ਵੀ ਅਸਰ ਹੁੰਦਾ ਸੀ। ਜਿਹੜੇ ਕੋਈ CID ਕਰਨ ਆਏ ਉਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕਰਕੇ ਤੇ ਸਿੱਖੀ ਧਾਰਨ ਕਰ ਜਾਂਦੇ। ਜ਼ਿਕਰ ਆਉਂਦਾ ਨਾ ਇਤਿਹਾਸ ਵਿੱਚ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਜਿਹੜੇ ਆਨੰਦਪੁਰ ਸਾਹਿਬ ਰਹਿ ਕਰਕੇ ਕੋਈ ਅਜਮੇਰ ਚੰਦ ਵਰਗੇ ਜਿਵੇਂ ਜਿਹੜੇ ਸੀ ਨਾਂ ਬਦਲ ਕਰਕੇ ਤੇ ਆਪਣੀ ਰੋਜ਼ ਦੀ ਡਾਇਰੀ ਭੇਜਦੇ ਸੀਗੇ, ਤੇ ਉਹ ਵੀ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰਦੇ, ਸੰਗਤ ਕਰਦੇ, ਤੇ ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ ਸੀਗਾ। ਇਉਂ ਇਹ ਨਾਮ ਦੀ ਸ਼ਕਤੀ ਦਾ, ਸਤਿਗੁਰਾਂ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਅਸਰ ਹੈ। ਮਹਾਂਪੁਰਖ ਨਾਮ ਬਾਣੀ ਦੇ ਰਸੀਏ ਅਤੇ ਜਿੰਨੇ ਉਹਨਾਂ ਦੇ ਸਿੰਘ ਕੋਲ ਸਨ, ਸਾਰੇ ਤਕਰੀਬਨ ਬਹੁਤੇ ਸਿੰਘ ਜਿਹੜੇ ਜਥੇ ਵਿੱਚ ਵਿੱਦਿਆ ਪੜ੍ਹਦੇ ਸੀਗੇ, ਹੋਰ ਵੀ ਸਿੰਘ ਜਿਨ੍ਹਾਂ ਨੂੰ ਸ਼ੌਂਕ ਸੀ ਧਰਮ ਤੋਂ ਆਪਾ ਵਾਰਨ ਦਾ, ਬਹੁਤ ਸਾਰੇ ਸਮੂਹ ਜਥੇਬੰਦੀਆਂ ਦੇ ਸਿੰਘਾਂ ਨੇ ਬੜਾ ਪੁਰਸ਼ਾਰਥ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰ ਘਰ ਤੋਂ ਆਪਣਾ ਆਪਾ ਕੁਰਬਾਨ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੱਚਖੰਡ ਘਰ ਦੇ ਅੰਦਰ ਜਾ ਬਰਾਜੇ ਬਾਬਾ ਥਾਰਾ ਸਿੰਘ ਸਾਹਿਬ ਜੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ। ਇਹ 5 ਜੂਨ ਦਾ ਜਿਹੜਾ ਦਿਨ ਸੀਗਾ, ਬਹੁਤ ਜ਼ਬਰਦਸਤ ਯੁੱਧ ਹੋਇਆ ਸੀਗਾ। ਹਰ ਤਰੀਕਾ ਆਰਮੀ ਨੇ ਵਰਤ ਕੇ ਵੇਖ ਲਿਆ ਸੀਗਾ, ਪਰ ਕੋਈ ਵੀ ਤਰੀਕਾ ਕਾਰਗਰ ਨਹੀਂ ਸੀਗਾ ਕਿ ਸਿੰਘਾਂ ਤੱਕ ਉਹ ਪਹੁੰਚ ਕਰ ਸਕਣ। ਫਿਰ ਟੈਂਕਾਂ ਤੇ ਤੋਪਾਂ ਦੇ ਨਾਲ ਗੋਲੇ ਜਦੋਂ ਦਾਗਣੇ ਸ਼ੁਰੂ ਕੀਤੇ ਸੀਗੇ, ਇਹ 5 ਜੂਨ ਦਾ ਦਿਨ ਤੇ ਰਾਤ ਬਹੁਤ ਭਾਰੀ ਗੋਲਾਬਾਰੀ ਹੋਈ ਸੀ। ਸੂਰਬੀਰਾਂ ਨੇ ਆਪਣੀ ਕੌਮ ਦੇ ਉੱਚੇ ਆਚਰਣ ਨੂੰ ਤੇ ਸਮੇਂ ਪੇਸ਼ ਕੀਤਾ ਤੇ ਬੜੇ ਚਾਅ ਨਾਲ ਹੱਸ ਕਰਕੇ ਸ਼ਹਾਦਤਾਂ ਪਾਈਆਂ। ਜਿਹੜੇ ਕੋਈ ਉਸ ਸਮੇਂ ਦੇ ਸ਼ਰੀਰ ਹਨ, ਜੇ ਉਹਨਾਂ ਕੋਲੋਂ ਵੀ ਆਪ ਪੁੱਛੋ ਤੇ ਉਹ ਕਹਿੰਦੇ ਆ ਖੌਫ ਨਾਮ ਦੀ ਕੋਈ ਚੀਜ਼ ਨਹੀਂ ਸੀ ਉਸ ਸਮੇਂ ਸਿੰਘਾਂ ਦੇ ਕੋਲ। ਮਹਾਂਪੁਰਖਾਂ ਦੇ ਆਲੇ ਦੁਆਲੇ ਉਸ ਸਮੇਂ ਵੀ ਸਿੰਘ ਮਹਾਂਪੁਰਖਾਂ ਨਾਲ ਹਾਸਾ ਮਜ਼ਾਕ ਕਰਦੇ ਸੀਗੇ, ਜਦੋਂ ਤੱਕ ਕਿ ਫੌਜ ਬਹੁਤ ਬਾਹਰ ਤਾਬੜ ਤੋੜ ਹਮਲੇ ਕਰ ਰਹੀ ਸੀ, ਪਰ ਅੰਦਰ ਬੈਠੇ ਹੋਏ ਉਹ ਮਰ ਜੀਵੜੇ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ
ਮੌਤ ਨੂੰ ਮਖੌਲਾਂ ਕਰਦੇ ਸੀਗੇ। ਜਦੋਂ ਮਹਾਂਪੁਰਖ ਅਰਦਾਸ ਕੀਤੀ ਹੈ, ਕਹਿੰਦੇ ਨੇ ਕਿ ਉਸ ਸਮੇਂ ਸਿੰਘ ਜਦੋਂ ਉਤਰੇ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪੌੜੀਆਂ, ਉਸ ਸਮੇਂ ਵੀ ਹਾਸਾ ਮਜ਼ਾਕ ਆਪਸ ਦੇ ਵਿੱਚ ਕਰ ਰਹੇ ਸੀ। ਕਹਿਣ ਲੱਗੇ ਕਿ ਇੱਕ ਨੇ ਆਪਣੇ ਮੁਖ ਤੇ ਬਾਲਟੀ ਪਾ ਲਈ, ਮੁਕਤਾ ਜੀ ਸ਼ਾਇਦ ਉਹਨਾਂ ਦਾ ਨਾਮ ਸੀਗਾ, ਤੇ ਕਹਿਣ ਲੱਗੇ ਭਾਈ ਮੁਕਤਿਆ ਤੂੰ ਬਾਲਟੀ ਕਿਉਂ ਮੂੰਹ ਤੇ ਪਾ ਲਈ ਹੈ? ਕਹਿਣ ਲੱਗੇ ਕਿ ਜਦੋਂ ਕੋਈ ਆ ਕੇ ਵੇਖੂਗਾ ਕਿਤੇ ਮੂੰਹ ਤੇ ਗੋਲੀ ਨਾ ਵੱਜ ਜੇ। ਹਾਲਾਂਕਿ ਭਾਵੇਂ ਬਾਲਟੀ ਨੇ ਤਾਂ ਗੋਲੀ ਥੋੜ੍ਹੋ ਰੋਕਣੀ ਸੀਗੀ, ਪਰ ਮਜ਼ਾਕ ਵਿੱਚ ਕਹਿੰਦੇ ਕਿ ਜਦੋਂ ਮੈਂ ਸ਼ਹੀਦ ਹੋਇਆ ਪਿਆ ਹੋਵਾਂਗਾ ਆ ਕੇ ਮੈਨੂੰ ਪਛਾਣ ਲੈਣਗੇ, ਬੱਲੇ ਵੀ ਮੁਕਤੇ ਨੇ ਸ਼ਹਾਦਤ ਪਾਈ ਹੈ। ਇਉਂ ਹੱਸ ਰਹੇ ਸੀ ਜਦੋਂ ਸਾਹਮਣੇ ਸ਼ਹਾਦਤ ਪਾਉਣੀ ਸੀ। ਕੋਈ ਕਿਸੇ ਪ੍ਰਕਾਰ ਮਲਾਲ ਨਹੀਂ ਸੀ, ਕੋਈ ਖੌਫ ਨਹੀਂ ਸੀ। ਬੜੀ ਚੜ੍ਹਦੀ ਕਲਾ ਦੇ ਨਾਲ ਇਹ ਆਪਣੇ ਮੁਖ ਤੋਂ ਪੜ੍ਹਦਿਆਂ ਹੋਇਆ ਸ਼ਬਦ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨ ਛਾਡੈ ਖੇਤ। ਇਸ ਪ੍ਰਕਾਰ ਜਿਵੇਂ 6 ਜੂਨ ਦਾ ਫਿਰ ਵਾਕਿਆ ਹੁੰਦਾ ਹੈ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸੰਗਤਾਂ ਦੀ ਇੱਛਾ ਸੀਗੀ ਕਿ ਮਹਾਂਪੁਰਖਾਂ ਦਾ ਜੀਵਨ ਜਿਹੜਾ ਉਹ ਸੁਣਾਇਆ ਜਾਵੇ। ਜਦੋਂ ਮਹਾਰਾਜ ਸਾਹਿਬ ਜੀ ਕਿਰਪਾ ਕਰਨਗੇ, ਜਿਵੇਂ ਲੜੀਵਾਰ ਕਥਾ ਵਿੱਚੋਂ ਜਿਵੇਂ ਜਿਵੇਂ ਸਮਾਂ ਲੱਗਿਆ, ਆਪਾਂ ਵਿਸ਼ੇਸ਼ ਕਰਕੇ ਮਹਾਂਪੁਰਖਾਂ ਦੇ ਜੀਵਨ ਤੇ ਜ਼ਰੂਰ ਜਿਹੜੀ ਇਹ ਸੰਗਤਾਂ ਨਾਲ ਸਾਂਝ ਪਾਵਾਂਗੇ, ਜੋ ਗੁਰਮੁਖਾਂ ਦੀ ਇੱਛਾ ਹੈ। ਮਹਾਰਾਜ ਸਾਹਿਬ ਕਿਰਪਾ ਕਰਨ, ਕਿਉਂਕਿ ਐਸੀ ਉਹਨਾਂ ਦੀ ਨਾਮ ਦੀ ਕਮਾਈ, ਇਹੋ ਜੀ ਸਾਧਨਾ, ਐਸੇ ਸਤਿਪੁਰਸ਼ਾਂ ਦਾ ਜੀਵਨ ਸੁਣਨ ਨਾਲ ਉਹਨਾਂ ਦੀ ਕੀਤੀ ਹੋਈ ਨਾਮ ਦੀ ਕਮਾਈ ਦੇ ਉਤਸ਼ਾਹ ਨਾਲ ਮਨ ਦੇ ਅੰਦਰ ਭਜਨ ਦਾ ਚਾਅ ਪੈਦਾ ਹੁੰਦਾ ਹੈ, ਵਾਹਿਗੁਰੂ ਦਾ ਪਿਆਰ ਪੈਦਾ ਹੁੰਦਾ ਹੈ। ਕਿਉਂਕਿ ਹਰੀ ਦੇ ਸੇਵਕ ਹਰੀ ਵਰਗੇ ਹੀ ਹੁੰਦੇ ਹੈ, ਵਾਹਿਗੁਰੂ ਵਰਗੇ ਹੁੰਦੇ ਹੈ। ਤੇ ਉਹਨਾਂ ਦੇ ਜੀਵਨ ਨੂੰ ਜਦੋਂ ਸੁਣੀਏ, ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਜਦੋਂ ਸੁਣੀਏ, ਤੇ ਫਿਰ ਆਪਣੇ ਜੀਵਨ ਨਾਲ ਸੁਮੇਲ ਕਰਕੇ ਜਿਹੜੀ ਆਤਮਾ ਉਹ ਤਰੱਕੀ ਕਰਦੀ ਹੈ। ਮਨ ਜਿਹੜਾ ਹੈ ਉਹ ਬੁਰਾਈਆਂ ਨੂੰ ਛੱਡ ਕੇ ਭਜਨ ਵਿੱਚ ਜੁੜ ਜਾਂਦਾ ਹੈ। ਤੇ ਸੂਰਬੀਰਾਂ ਦੇ ਇਹ ਯਾਦਾਂ ਦਿਹਾੜੇ ਮਨਾਉਣੇ, ਜਦੋਂ ਕਿ ਇੰਨਾ ਸਮਾਂ ਬਤੀਤ ਹੋ ਗਿਆ, ਫਿਰ ਵੀ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜ਼ਾਲਮ ਇਹੀ ਚਾਹੁੰਦੇ ਆ ਕਿ ਇਹਨੂੰ ਚੇਤੇ ਨਾ ਕਰਨ। ਵੇਖੋ, ਸ਼ਹੀਦਾਂ ਦੀ ਸ਼ਹਾਦਤ ਦਾ ਦਿਨ ਵੀ ਜਿਹੜਾ ਨਾ, ਉਹ ਕਹਿੰਦੇ ਆ ਕਿ ਨਾ ਮਨਾਇਆ ਜਾਵੇ। ਹਾਲਾਂਕਿ ਜਿਹੜਾ ਕਿਸੇ ਹੱਦ ਤੱਕ ਉਹ ਸਫਲ ਵੀ ਹਨ। ਆਪਣੇ ਬਾਹਰੀ ਤੌਰ ਤੇ ਜਿਹੜਾ ਹੈ ਪ੍ਰਤੱਖ ਰੂਪ ਵਿੱਚ ਤਾਂ ਕੋਈ ਜਿਹੜਾ ਹੈ ਆਰਡਰ ਨਹੀਂ ਪਾਸ ਕਰ ਸਕਦੇ, ਕਿਉਂਕਿ ਜਵਾਬਦੇਹ ਹੋਣਾ ਪੈਂਦਾ ਹੈ। ਪਰ ਅੰਦਰੋਂ ਉਹਨਾਂ ਦੇ ਤੰਤਰ ਦਾ ਪੂਰਾ ਜ਼ੋਰ ਹੈ ਕਿ ਗੁਰੂ ਅਸਥਾਨਾਂ ਤੇ ਇਹ ਜਿਹੜੇ ਹਨ ਸ਼ਹੀਦੀ ਦਿਹਾੜੇ, ਇਹ ਘੱਲੂਘਾਰਾ ਦਿਵਸ, ਇਹ ਨਾ ਮਨਾਇਆ ਜਾਵੇ। ਤੇ ਦੂਸਰੇ ਪਾਸੇ ਸ਼ਰਾਰਤੀ ਅੰਸਰ ਜੋ ਹਨ ਉਹ ਬੜੀਆਂ ਛੇੜਾਂ ਛੇੜਦੇ ਹੈ, ਬੜੇ ਯਤਨ ਕਰਦੇ ਹੈ। ਜਿੱਥੇ ਜਿਸ ਦੇਸ਼ ਦੀ ਧਰਤੀ ਦੇ ਉੱਤੇ ਸਿੱਖਾਂ ਨੇ ਇੰਨਾ ਜ਼ਿਆਦਾ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ ਹੋਵੇ, ਉਹਨਾਂ ਨੂੰ ਆਪਣੇ ਹੀ ਸ਼ਹੀਦਾਂ ਦਾ ਦਿਨ ਮਨਾਉਣ ਦੇ ਉੱਤੇ ਵੀ ਜਿਹੜੀਆਂ ਰੋਕਾਂ ਲਾਉਣੀਆਂ, ਇਹ ਦਿਸ਼ਾ ਕਿੱਧਰ ਨੂੰ ਜਾਵੇਗੀ, ਆਉਣ ਵਾਲਾ ਸਮਾਂ ਹੀ ਦੱਸੇਗਾ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਆਪਣੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਨਾਮ ਬਾਣੀ ਦਾ ਪ੍ਰਤਾਪ ਬਖਸ਼ਿਸ਼ ਕਰਨ। ਸੱਚੇ ਪਾਤਸ਼ਾਹ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਰਾਗ ਬਿਲਾਵਲ ਅੰਦਰ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਅੱਜ ਥੋੜਾ ਦੇਰ ਸਮੇਂ ਨਾਲ ਕਥਾ ਆਰੰਭ ਹੋਈ ਹੈ, ਮਾਫੀ ਬਖਸ਼ਣੀ। ਤੋਂ ਸੱਚੇ ਪਾਤਸ਼ਾਹ ਦਾ ਆਓ ਪਿਆਰ ਨਾਲ ਉਪਦੇਸ਼ ਸਰਵਣ ਕਰੀਏ। ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਨਾਵਾਂ ਦੋਪਦੇ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਰਾਗ ਬਿਲਾਵਲ ਦੇ ਅੰਦਰ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਦੋ ਪਦਿਆਂ ਵਾਲਾ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਦੁੱਤੀ ਪਰਮੇਸ਼ਰ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ। ਦੁਖ ਹਰਤਾ ਹਰ ਨਾਮ ਪਛਾਨੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਬਿਹਾਰ ਦਾ ਜੋ ਇਲਾਕਾ ਹੈ, ਮਹਾਰਾਜ ਸੱਚੇ ਪਾਤਸ਼ਾਹ ਇਸ ਇਲਾਕੇ ਨੂੰ ਭਾਗ ਲਾ ਰਹੇ ਸੀ। ਮਹਾਰਾਜ ਜੀਆਂ ਦਾ ਭਲਾ ਕਰਦੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜਦੋਂ ਇਸ ਇਲਾਕੇ ਵਿੱਚ ਵਿਚਰ ਰਹੇ ਸਨ ਤਾਂ ਇੱਥੋਂ ਦੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਇਕੱਤਰ ਹੋਈਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਦੁੱਖ ਨਹੀਂ ਨਾਸ਼ ਹੁੰਦੇ, ਆਪ ਕਿਰਪਾ ਕਰਕੇ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਕਿ ਸਾਡੇ ਦੁੱਖ ਕਿਵੇਂ ਮਿਟ ਜਾਣ। ਮਹਾਰਾਜ ਸਰੀਰਕ ਦੁੱਖ ਨਹੀਂ ਮਿਟਦੇ, ਮਾਨਸਿਕ ਦੁੱਖ ਨਹੀਂ ਮਿਟਦੇ, ਬੜੀ ਭਾਰੀ ਪੀੜਾ ਮਹਾਰਾਜ ਇਹ ਦੁੱਖ ਦਿੰਦੇ। ਸੰਸਾਰ ਦੇ ਅੰਦਰ ਜੇ ਵੇਖੀਏ ਤੇ ਸੰਸਾਰ ਦੇ ਬਹੁਤਾਤ ਲੋਕ ਦੁੱਖ ਕਰਕੇ ਪਰੇਸ਼ਾਨ ਹਨ, ਕਿਉਂਕਿ ਇੱਛਾ ਤਾਂ ਜੀਵ ਦੀ ਹੈ ਕਿ ਮੈਨੂੰ ਸੁਖ ਪ੍ਰਾਪਤ ਹੋਵੇ, ਕਦੇ ਮੈਂ ਦੁਖੀ ਨਾ ਹੋਵਾਂ। ਤੇ ਪਰ ਫਿਰ ਵੀ ਸੰਸਾਰ ਦੇ ਲੋਕ ਬਹੁਤ ਜ਼ਿਆਦਾ ਦੁੱਖ ਦੇ ਨਾਲ ਜੂਝਦੇ ਹੈ, ਦੁੱਖ ਦੇ ਅੰਦਰ ਆਪਣਾ ਸਮਾਂ ਬਤੀਤ ਕਰਦੇ ਹੈ। ਦੁੱਖ ਹੈ ਕੀ ਹੈ? ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ ਦੱਸਦੇ ਹੈ ਕਿ ਭਾਈ ਦੁੱਖ ਜਿਹਨੂੰ ਤੁਸੀਂ ਸਮਝਿਆ ਹੋਇਆ ਹੈ ਇਹ ਤੁਹਾਡੇ ਆਪਣੇ ਮਹਿਸੂਸ ਕਰਨ ਤੇ ਹੈ, ਕਿਉਂਕਿ ਸੁੱਖ ਦੀ ਚੇਸ਼ਟਾ ਜਿੰਨਾ ਚਿਰ ਮਨ ਵਿੱਚ ਰਹਿੰਦੀ ਹੈ ਨਾ, ਉਹਨਾਂ ਚਿਰ ਦੁੱਖ ਜ਼ਰੂਰ ਵਿਆਪੇਗਾ। ਜਿੰਨਾ ਚਿਰ ਨਸ਼ਵਰ ਸੁੱਖਾਂ ਵਾਸਤੇ ਇੱਛਾ ਕਰਦਾ ਰਹਿੰਦਾ ਹੈ ਮਨ, ਉਹਨਾਂ ਚਿਰ ਦੁੱਖ ਵੀ ਜ਼ਰੂਰ ਮੰਨੇਗਾ। ਤੇ ਜਦੋਂ ਨਾਮ ਵਿੱਚ ਚਿੱਤ ਜੁੜ ਜਾਵੇ ਫਿਰ ਨਸ਼ਵਰ ਸੁੱਖਾਂ ਤੋਂ ਮਨ ਟੁੱਟ ਜਾਂਦਾ ਹੈ, ਸੁੱਖ ਦੀ ਚੇਸ਼ਟਾ ਹੀ ਮਨ ਨਹੀਂ ਕਰਦਾ। ਜਿਹੜਾ ਜੀਵਨ ਦਾ ਮੋਹ ਹੈ ਇਹੀ ਅੰਦਰ ਮੌਤ ਦਾ ਭੈ ਪੈਦਾ ਕਰਦਾ ਹੈ। ਜੇ ਜਿਉਣ ਦਾ ਮੋਹ ਨਾ ਹੋਵੇ ਤੇ ਉਹਨੂੰ ਮੌਤ ਦਾ ਖੌਫ ਨਹੀਂ ਹੁੰਦਾ, ਕਿਉਂਕਿ ਜਦੋਂ ਅੰਦਰੋਂ ਡਰ ਹੀ ਖਤਮ ਹੋ ਗਿਆ ਤੇ ਫਿਰ ਦੁੱਖ ਕਿਵੇਂ ਨੇੜੇ ਆ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਹੇ ਗੁਰਸਿੱਖੋ, ਦੁੱਖਾਂ ਨੂੰ ਹਰਨ ਵਾਲਾ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਸਤਿਗੁਰੂ ਜੀ ਕਹਿੰਦੇ ਹਰੀ ਨਾਮ ਹੈ, ਇਸ ਗੱਲ ਨੂੰ ਪਹਿਚਾਣ ਲਵੋ। ਸੱਚੇ ਪਾਤਸ਼ਾਹ ਕਹਿੰਦੇ ਇਸ ਭੇਦ ਨੂੰ ਜਾਣ ਲਓ। ਕੋਈ ਹੋਰ ਚੀਜ਼ ਨਹੀਂ ਕਿ ਜਿਸ ਸੁੱਖ ਨੂੰ ਪ੍ਰਾਪਤ ਕਰਕੇ ਫਿਰ ਤੁਸੀਂ ਕਹੋਗੇ ਕਿ ਮੇਰੇ ਦੁੱਖ ਮਿਟ ਗਏ, ਹੁਣ ਮੈਂ ਸੰਪੂਰਨ ਸੁਖੀ ਹੋ ਗਿਆ। ਨਹੀਂ, ਉਹ ਜਿੰਨਾ ਚਿਰ ਪਦਾਰਥ ਕਰਕੇ ਸੁੱਖ ਮਿਲ ਰਿਹਾ ਉਹਨਾਂ ਚਿਰ ਹੀ ਉਹ ਸੁੱਖ ਹੈ ਨਾ। ਜਦੋਂ ਉਹ ਪਦਾਰਥ ਮਿਟ ਗਿਆ ਉਦੋਂ ਨਾਲ ਹੀ ਸੁੱਖ ਮਿਟ ਜਾਣਾ ਹੈ। ਦੇ ਕਰਕੇ ਜਿਨ੍ਹਾਂ ਚੀਜ਼ਾਂ ਵਿੱਚ ਸੁੱਖ ਮੰਨਿਆ ਹੋਇਆ ਹੈ ਇਹ ਖਿਨ ਭੰਗਰ ਹੈ, ਨਾਸ਼ ਹੋ ਜਾਣ ਵਾਲੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਦੁੱਖ ਹਰਤਾ ਹਰ ਨਾਮ ਪਛਾਨੋ। ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹ ਦੁੱਖਾਂ ਨੂੰ ਹਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ।
ਗੁਰੂ ਜੀ ਦੁਆਰਾ ਇਸ ਨਾਮ ਦੀ ਪਹਿਚਾਨ ਕਰੋ, ਕਿਉਂਕਿ ਨਾਮ ਦੀ ਪਹਿਚਾਨ ਆਪ ਨਹੀਂ ਹੁੰਦੀ ਜੀਵ ਨੂੰ। ਗੁਰੂ ਜੀ ਜੋ ਮੰਤਰ ਬਖਸ਼ਿਸ਼ ਕਰਦੇ ਆ ਨਾ, ਉਸ ਮੰਤਰ ਧੁਨੀ ਨਾਲ ਨਾਮ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਜਿਵੇਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲਯੁਗ ਨੂੰ ਮਹਾਰਾਜ ਨੇ ਤਾਰਿਆ, ਦੁੱਖਾਂ ਦੇ ਜਿਹੜੇ ਭੰਡਾਰ ਸੀ, ਦੁੱਖਾਂ ਦੇ ਪਹਾੜ ਸੀ ਜੀਆਂ ਦੇ, ਉਹ ਨਾਸ਼ ਕਰ ਦਿੱਤੇ। ਕਿਵੇਂ ਕੀਤੇ? ਮਹਾਰਾਜ ਸੱਚੇ ਪਾਤਸ਼ਾਹ ਨੇ ਸਤਨਾਮ ਪੜ ਮੰਤਰ ਸੁਣਾਇਆ। ਜਿਹੜਾ ਸੱਚਾ ਨਾਮ ਹੈ ਵਾਹਿਗੁਰੂ, ਇਹ ਮੰਤਰ ਮਹਾਰਾਜ ਜੀ ਨੇ ਪੜ੍ਹ ਕੇ ਸਤਿਗੁਰਾਂ ਜੀ ਨੇ ਸਭ ਨੂੰ ਸੁਣਾਉਣਾ ਕੀਤਾ, ਕੰਨਾਂ ਵਿੱਚ ਮਹਾਰਾਜ ਜੀ ਨੇ ਪਾਉਣਾ ਕੀਤਾ। ਜਦੋਂ ਅਸੀਂ ਹਰੀ ਨਾਮ ਜੋ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਉਹ ਨਾਮ ਮੰਤਰ, ਵਾਹਿਗੁਰੂ ਮੰਤਰ, ਮੂਲ ਮੰਤਰ, ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਦਿੱਤਾ ਹੋਇਆ ਨਾਮ ਦਾ ਪ੍ਰਸਾਦ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਧੁਰ ਕੀ ਬਾਣੀ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਗੁਰੂ ਜੀ ਦੁਆਰਾ ਨਾਮ ਦੀ ਸ਼ਕਤੀ ਨੂੰ ਪਹਿਚਾਨੋ। ਨਾਮ ਵਿੱਚ ਕੀ ਸੁਖ ਵੈ? ਮਹਾਰਾਜ ਕਹਿੰਦੇ ਇਸ ਗੱਲ ਨੂੰ ਗੁਰੂ ਜੀ ਦੁਆਰਾ ਪਹਿਚਾਨ ਲਓ, ਕਿਉਂਕਿ ਦੁੱਖ ਹਰਤਾ ਹਰ ਨਾਮ ਪਛਾਨੋ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੀ ਭਗਤੀ ਤੋਂ ਬਿਨਾ ਸੁਖ ਨਾਹੀ ਰੇ, ਹਰ ਭਗਤ ਬਿਨਾ। ਵਾਹਿਗੁਰੂ ਦੀ ਭਗਤੀ ਤੋਂ ਬਿਨਾ ਸੁਖ ਨਹੀਂ ਹੈ। ਇਸ ਕਰਕੇ ਗੁਰੂ ਵਾਲੇ ਬਣ ਕੇ ਇਸ ਗੱਲ ਦੀ ਪਹਿਚਾਨ ਕਰੋ ਕਿ ਨਾਮ ਵਿੱਚ ਹੀ ਸ਼ਕਤੀ ਹੈ, ਜੋ ਨਾਮ ਸਾਰੇ ਦੁੱਖਾਂ ਨੂੰ ਹਰ ਲੈਣ ਵਾਲਾ ਹੈ, ਨਾਸ਼ ਕਰ ਦੇਣ ਵਾਲਾ ਹੈ। ਅਜਾਮਲ ਗਨਕਾ ਜਿਹ ਸਿਮਰਤ। ਸੱਚੇ ਪਾਤਸ਼ਾਹ ਕਿਸੇ ਦਾ ਦੱਸੋ ਜਿਹਦਾ ਨਾਮ ਜਪ ਕਰਕੇ ਦੁੱਖ ਮਿਟ ਗਿਆ ਹੋਵੇ। ਮਹਾਰਾਜ ਫਿਰ ਪ੍ਰਮਾਣ ਦਿੰਦੇ ਆ ਹਜੂਰ ਦੇ ਪਵਿੱਤਰ ਉਪਦੇਸ਼ ਦੇ ਅੰਦਰ। ਪਹਿਲਾਂ ਵੀ ਇਹ ਪ੍ਰਮਾਣ ਆਏ, ਆਪਾਂ ਸਰਵਣ ਕੀਤੇ ਐ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਹੇ ਗੁਰਸਿੱਖੋ, ਅਜਾਮਲ ਕਿੱਡਾ ਵੱਡਾ ਪਾਪੀ ਸੀਗਾ, ਤੇ ਉਹਦੀ ਬਾਬਤ ਉਹਨੂੰ ਬਾਣੀ ਵੀ ਇਹ ਸ਼ਬਦ ਕਹਿ ਰਹੀ ਹੈ, ਅਜਾਮਲ ਪਾਪੀ ਜਗ ਜਾਣੈ। ਸਾਰੇ ਲੋਕ ਜਾਣਦੇ ਸੀ, ਮਾਰ ਮਾਰ ਕੇ ਚਿੜੀਆਂ ਖਾਂਦਾ ਸੀ, ਵੇਸਵਾ ਤੋਂ 6 ਪੁੱਤ ਜਾਏ ਵੇਸਵਾ, ਤੇ ਇਸ ਪ੍ਰਕਾਰ ਪਾਪਾਂ ਦੇ ਫਲ ਇੱਛੇ ਲਹਿਆ। ਤੇ ਇਉਂ ਐਡਾ ਵੱਡਾ ਪਾਪੀ ਅਜਾਮਲ, ਜਿਹੜਾ ਭਾਵੇਂ ਵੇਦ ਦੇ ਸਾਰੇ ਅੰਗ ਪੜ੍ਹਿਆ ਹੋਇਆ ਸੀਗਾ, ਪਰ ਔਗਣਾ ਕਰਕੇ ਪਾਪਾਂ ਕਰਕੇ ਗ੍ਰਸਤ ਹੋ ਗਿਆ ਸੀ। ਬੜਾ ਜ਼ਿਆਦਾ ਦੁੱਖ ਭੋਗਦਾ ਸੀ ਜੰਗਲ ਦੇ ਅੰਦਰ। ਉਸ ਜੀਵਨ ਤੋਂ ਉਹਨੂੰ ਘਿਰਣਾ ਹੋ ਗਈ ਸੀਗੀ। ਤਾਂ ਕਰਕੇ ਜਦੋਂ ਮਹਾਤਮਾ ਆਏ ਤੇ ਉਸ ਦੀ ਜਿਹੜੀ ਉਹ ਘਰ ਬਿਠਾ ਲਈ ਸੀ ਵੇਸਵਾ, ਉਹਦਾ ਵੀ ਮਨ ਭੈ ਭੀਤ ਹੋ ਗਿਆ। ਕਹਿਣ ਲੱਗੀ, ਅਜਾਮਲ ਅੱਜ ਭਾਗ ਜਾਗੇ, ਸਾਡੀ ਕੁਟੀਆ ਵਿੱਚ ਮਹਾਤਮਾ ਆਏ ਐ, ਤੂੰ ਅੱਜ ਹੁਣ ਮਾਸ ਨਾ ਭੁੰਨੀ ਤੇ ਮਹਾਤਮਾ ਦੀ ਸੇਵਾ ਕਰ ਲਈਏ। ਅਜਾਮਲ ਦਾ ਵੀ ਮਨ ਦਰਵ ਗਿਆ। ਹੁਣ ਘਰ ਵਿੱਚ ਜੋ ਕੁਝ ਸੁੱਕਾ ਪਦਾਰਥ ਸੀਗਾ, ਕੁਝ ਛੋਲੇ ਸੀਗੇ, ਉਹ ਪ੍ਰਸ਼ਾਦ ਬਣਾ ਕੇ ਮਹਾਂਪੁਰਖਾਂ ਨੂੰ, ਸਾਧੂਆਂ ਨੂੰ ਛਕਾਇਆ। ਤੇ ਉਹਨੂੰ ਜਦੋਂ ਦੱਸਿਆ ਕਿ ਮਹਾਰਾਜ ਮੈਂ ਅਜਾਮਲ ਹਾਂ, ਕਹਿਣ ਲੱਗੇ ਉਹ ਐਡਾ ਪਾਪੀ। ਫਿਰ ਉਹਦੀ ਨਿਮਰਤਾ ਵੇਖ ਕੇ ਜਦੋਂ ਉਹਨੇ ਆਖਿਆ, ਮਹਾਰਾਜ ਕਿਰਪਾ ਕਰਕੇ ਮੇਰਾ ਉਧਾਰ ਕਰ ਦਿਓ, ਮਹਾਰਾਜ ਮੈਨੂੰ ਵੀ ਕੋਈ ਮੁਕਤੀ ਦਾ ਰਾਹ ਦੱਸ ਦਿਓ। ਉਹਦੀ ਤੇ ਦਇਆ ਆ ਗਈ ਮਹਾਂਪੁਰਖਾਂ ਨੂੰ, ਸਾਧੂਆਂ ਨੂੰ। ਕਹਿਣ ਲੱਗੇ, ਅਜਾਮਲ ਜਿਹੜਾ ਅੱਗੇ ਤੇਰੇ ਘਰ ਬੱਚਾ ਪੈਦਾ ਹੋਵੇਗਾ ਉਹਦਾ ਨਾਮ ਨਾਰਾਇਣ ਰੱਖੀ। ਤੇ ਫਿਰ ਇਉਂ 6 ਪੁੱਤ ਜਾਏ ਵੇਸਵਾ, 6 ਪੁੱਤ ਪੈਦਾ ਕੀਤੇ ਸੀਗੇ। ਤੇ ਇਉਂ ਪਾਪਾਂ ਦੇ ਫਲ ਜਿਹੜੇ ਸੀ ਉਹਨੂੰ ਮਿਲ ਰਹੇ ਸੀ। ਬੜਾ ਦੁਖੀ ਸੀ, ਬੜਾ ਪਰੇਸ਼ਾਨ ਸੀਗਾ। ਕਦਾਚਿਤ ਵੀ ਸੁੱਖ ਦੀ ਨੀਂਦ ਨਹੀਂ ਸੀ ਸੌਂ ਸਕਦਾ ਇਹ ਅਜਾਮਲ। ਤੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਪੁੱਤਰ ਉਪੰਨਾ ਸਤਵਾਂ, ਨਾਉ ਧਰਨ ਨੂੰ ਚਿੱਤ ਉਮਹਿਆ। ਕਹਿੰਦੇ ਨੇ ਜਦੋਂ 7ਵਾਂ ਪੁੱਤਰ ਪੈਦਾ ਹੋਇਆ ਤੇ ਫਿਰ ਨਾਂ ਉਹਦਾ ਰੱਖਣ ਨੂੰ ਚਿੱਤ ਵਿੱਚ ਉਮਾਹ ਕੀਤਾ।
ਗੁਰੂ ਦੁਆਰਾ ਹੋਏ ਕਿ ਗੁਰਮੁਖ ਨਾਮ ਨਾਰਾਇਣ ਕਹਿਆ। ਉਹਦਾ ਨਾਮ ਫਿਰ ਨਾਰਾਇਣ ਰੱਖਿਆ। ਇਉਂ ਅਜਾਮਲ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਆ। ਜਦੋਂ ਅੰਤ ਕਾਲ ਮੈਂ, ਸਤਿਗੁਰੂ ਜੀ ਕਹਿੰਦੇ ਜਦੋਂ ਅੰਤ ਦਾ ਸਮਾਂ ਆਇਆ ਨਾ, ਤੇ ਉਹਨੂੰ ਫਿਰ ਨਾਰਾਇਣ ਸੁਧ ਆਈ। ਉਹਨੂੰ ਨਾਰਾਇਣ ਦੇ ਨਾਮ ਦੀ ਸੁਧ ਹੋ ਗਈ, ਭਾਵ ਗਿਆਤ ਹੋ ਗਈ। ਜਦੋਂ ਜੰਮ ਲੈਣ ਆਏ, ਮਰਨ ਵੇਲਾ ਆਇਆ, ਤਾਂ ਅਜਾਮਲ ਪਹਿਲਾਂ ਆਪਣੇ ਪੁੱਤਰ ਵਿੱਚ ਮੋਹ ਹੋਣ ਕਰਕੇ ਆਖੇ ਨਾਰਾਇਣ ਨਾਰਾਇਣ। ਪਰ ਜਦੋਂ ਜੰਮ ਦਿਖਾਈ ਦੇ ਰਹੇ ਸਨ ਤੇ ਬੜੀ ਪ੍ਰੀਤ ਨਾਲ ਅੰਤਰਜਾਮੀ ਵਿੱਚ ਸੁਰਤ ਜੋੜ ਕੇ ਨਿਰੰਕਾਰ ਨੂੰ ਯਾਦ ਕਰਦਾ ਹੋਇਆ ਕਹਿੰਦਾ ਨਾਰਾਇਣ। ਜਦੋਂ ਇਉਂ ਇੰਨੇ ਪ੍ਰੇਮ ਨਾਲ ਵਾਹਿਗੁਰੂ ਦਾ ਨਾਮ ਉਚਾਰਨ ਕੀਤਾ ਤੇ ਫਿਰ ਅੰਤਰਜਾਮੀ ਵਾਹਿਗੁਰੂ ਨੇ ਵੇਖਿਆ ਕਿ ਹੁਣ ਪੁੱਤਰ ਨੂੰ ਯਾਦ ਨਹੀਂ ਕਰਦਾ, ਇਹ ਤਾਂ ਮੈਨੂੰ ਯਾਦ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਉਸੇ ਵੇਲੇ ਵਾਹਿਗੁਰੂ ਜੀ ਸਾਖਿਆਤ ਹੋ ਗਏ। ਨਾਰਾਇਣ ਦਾ ਦਰਸ਼ਨ ਪਾਇਆ ਅਜਾਮਲ ਨੇ। ਅੰਤ ਕਾਲ, ਅੰਤ ਦਾ ਸਮਾਂ ਸੀਗਾ ਜਦੋਂ, ਤੇ ਉਸ ਸਮੇਂ ਅਜਾਮਲ ਨੂੰ ਨਾਰਾਇਣ ਸੁਧ ਆਈ। ਵਾਹਿਗੁਰੂ ਦੇ ਨਾਮ ਦੀ ਸੁਧ ਆ ਗਈ, ਇਹਨੂੰ ਗਿਆਤ ਹੋ ਗਈ। ਵਾਹਿਗੁਰੂ ਦਾ ਦਰਸ਼ਨ ਪਾ ਲਿਆ ਅਜਾਮਲ ਨੇ। ਤੇ ਨਾਮ ਵਿੱਚ ਮਹਾਰਾਜ ਕਹਿੰਦੇ ਏਡੀ ਸ਼ਕਤੀ ਹੈ ਕਿ ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਨਿਮਖ ਅੱਖ ਤੇ ਖੋਲਣ ਦੇ ਬੰਦ ਕਰਨ ਦੇ ਸਮੇਂ ਵਿੱਚ ਹੀ ਮਹਾਰਾਜ ਜੀ ਨੇ ਤਾਰ ਦਿੱਤਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਦੁੱਖ ਹਰਤਾ ਹਰ ਨਾਮ ਪਛਾਨੋ। ਹੇ ਜੀਵ, ਤੇਰੇ ਦੁੱਖਾਂ ਦੇ ਹਰਨ ਵਾਲਾ ਵਾਹਿਗੁਰੂ ਦਾ ਨਾਮ ਹੈ, ਇਸ ਗੱਲ ਨੂੰ ਪਹਿਚਾਣ ਲੈ। ਐਵੇਂ ਹੋਰ ਢੰਗ ਤਰੀਕੇ ਸਾਰੇ ਜਿੰਨੇ ਕਰੀ ਜਾਂਦੇ ਨੇ ਸੁਖੀ ਹੋਣ ਵਾਸਤੇ, ਉਹ ਫਿਰ ਸੁਖੀ ਨਾ ਹੋਵਤ ਜੀਓ, ਤੇਰਾ ਮਨ ਸੁਖੀ ਨਹੀਂ ਹੋ ਸਕੇਗਾ, ਤੈਨੂੰ ਸੁਖ ਨਹੀਂ ਪ੍ਰਾਪਤ ਹੋਣਾ ਜਿੰਨੇ ਮਰਜ਼ੀ ਯਤਨ ਕਰ ਲੈ। ਕਿਉਂਕਿ ਦੁੱਖਾਂ ਨੂੰ ਹਰਨ ਵਾਲਾ ਵਾਹਿਗੁਰੂ ਦਾ ਨਾਮ ਹੈ ਕੇਵਲ, ਜਿਸ ਨਾਮ ਨੂੰ ਜਪ ਕੇ ਅਜਾਮਲ ਉਧਰਿਆ ਸੀਗਾ। ਫਿਰ ਗਨਕਾ ਦਾ ਮਹਾਰਾਜ ਜ਼ਿਕਰ ਕਰਦੇ ਆ, ਅਜਾਮਲ ਗਨਕਾ ਜਿਹ ਸਿਮਰਤ। ਜਿਸ ਵਾਹਿਗੁਰੂ ਨੂੰ ਸਿਮਰ ਕਰਕੇ ਅਜਾਮਲ ਵਰਗੇ ਪਾਪੀ ਅਤੇ ਗਨਕਾ ਵਰਗੀ ਪਾਪਣ, ਉਹਦਾ ਵੀ ਉਧਾਰ ਹੋ ਗਿਆ। ਜਿਹਦੀ ਬਾਬਤ ਕਿਹਾ ਕਿ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਇਹੋ ਜੀ ਵਿਸ਼ੇ ਜਿਹੜੇ ਸੀ ਉਹਨੂੰ ਵਿਸ਼ੇ ਸੁੱਖਾਂ ਵਿੱਚ ਹੀ ਸਦਾ ਲੱਗੀ ਰਹਿੰਦੀ ਸੀਗੀ। ਪਰ ਮਹਾਂਪੁਰਖਾਂ ਦਾ ਦੀਦਾਰ ਹੋਣਾ, ਉਹਨਾਂ ਨੇ ਹੱਥੋਂ ਤੋਤਾ ਦੇਣਾ, ਫਿਰ ਗਨਕਾ ਨੇ ਜਿਹੜਾ ਸੀ ਵਿਸ਼ਿਆਂ ਤੋਂ ਘਿਰਣਾ ਹੋ ਗਈ। ਪਰਮੇਸ਼ਰ ਦੇ ਰਾਮ ਦੇ ਨਾਮ ਵਿੱਚ ਉਹਦੀ ਬਿਰਤੀ ਲੱਗ ਗਈ। ਪਿਆਰ ਨਾਲ ਜਪਦੀ ਹੋਈ ਨੂੰ ਸੱਪ ਲੜ ਗਿਆ ਅੰਮ੍ਰਿਤ ਵੇਲੇ। ਤੇ ਭਾਈ ਸਾਹਿਬ ਕਹਿੰਦੇ ਨੇ ਗਈ ਬੈਕੁੰਠ ਬਿਮਾਨ ਚੜ ਨਰਕਾਂ ਵਿੱਚ ਨਾ ਖਾਧੋ ਸਗੋਤਾ। ਉਹ ਵੀ ਅੰਤ ਦੇ ਸਮੇਂ ਫਿਰ ਜਿਹੜੀ ਸੀ ਬੈਕੁੰਠ ਨੂੰ ਗਈ ਸੀ ਬਿਮਾਨ ਤੇ ਚੜ ਕਰਕੇ। ਵੇਖੋ ਜਿਸ ਨਾਮ ਨੂੰ ਗੁਰਸਿੱਖੋ ਸਿਮਰਿਆ ਸੀ ਅਜਾਮਲ ਨੇ, ਜਿਸ ਨਾਮ ਨੂੰ ਸਿਮਰਿਆ ਸੀ ਵੇਸਵਾ ਗਨਕਾ ਨੇ, ਮੁਕਤ ਭਏ ਜੀਅ ਜਾਨੋ। ਆਪਣੇ ਦਿਲ ਦੇ ਅੰਦਰ ਮਹਾਰਾਜ ਕਹਿੰਦੇ ਇਸ ਗੱਲ ਨੂੰ ਜਾਣ ਲਵੋ। ਵੇਖ ਲਓ ਅਜਾਮਲ ਵੀ ਮੁਕਤ ਹੋ ਗਿਆ, ਵੇਖ ਲਓ ਗਨਕਾ ਵੀ ਮੁਕਤ ਹੋ ਗਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੂੰ ਭਈ ਆਪਣੇ ਮਨ ਵਿੱਚ ਕਿਉਂ ਨਿਸ਼ਚਾ ਡਲਾਉਣਾ ਹੈ। ਇਹ ਗੁਰਸਿੱਖੋ, ਵਾਹਿਗੁਰੂ ਦਾ ਨਾਮ ਹੀ ਸਾਰੇ ਦੁੱਖਾਂ ਦਾ ਹਾਰਕ ਹੈ। ਵਾਹਿਗੁਰੂ ਦਾ ਨਾਮ ਹੀ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਜੇ ਅਜਾਮਲ ਉਧਰ ਗਿਆ, ਮੁਕਤ ਹੋ ਗਿਆ, ਜੇ ਗਨਕਾ ਮੁਕਤ ਹੋ ਗਈ ਵਾਹਿਗੁਰੂ ਦੇ ਨਾਮ ਨੂੰ ਸਿਮਰ ਕਰਕੇ ਜਪ ਕਰਕੇ, ਤੇ ਫਿਰ ਤੁਸੀਂ ਕਿਉਂ ਨਹੀਂ ਮੁਕਤ ਹੋਵੋਗੇ, ਕਿਉਂ ਨਹੀਂ ਦੁੱਖਾਂ ਤੋਂ ਛੁੱਟੋਗੇ। ਇਸ ਗੱਲ ਨੂੰ ਆਪਣੇ ਦਿਲ ਦੇ ਅੰਦਰ ਜਾਣ ਲਓ, ਸਮਝ ਲੈਣਾ ਕਰੋ ਕਿ ਸਾਰੇ ਦੁੱਖਾਂ ਦਾ ਨਾਸ਼ਕ ਵਾਹਿਗੁਰੂ ਦਾ ਨਾਮ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਉਂਦੇ ਹਨ, ਗਜ ਕੀ ਤਰਾਸ ਮਿਟੀ ਛਿਨਹੁ ਮਹਿ। ਜੋ ਹਰੀਹਰ ਖੇਤਰ ਦੇ ਉੱਤੇ ਹਾਥੀ ਦਾ ਤੇ ਇਸ ਪ੍ਰਕਾਰ ਤੰਦੂਏ ਦਾ ਜਿਹੜਾ ਇਹ ਮਹਾਰਾਜ ਘਟਨਾ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਆ ਆਪਣੀ ਬਾਣੀ ਦੇ ਅੰਦਰ। ਜਿਸ ਵੇਲੇ ਤੰਦੂਏ ਨੇ ਆਪਣੀਆਂ ਤਾਰਾਂ ਪਾ ਲਈਆਂ ਸੀਗੀਆਂ ਤੇ ਹਾਥੀ ਨੂੰ ਡੋਬ ਕੇ ਲੱਗਾ ਸੀ ਮਾਰਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਸਮੇਂ ਹਾਥੀ ਨੇ ਨਾ
ਡੁੱਬਦੇ ਹੋਏ ਨੇ ਫੁੱਲ ਤੋੜ ਕੇ ਕਮਲ ਫੁੱਲ ਜਿਹੜਾ ਸੀ ਆਕਾਸ਼ ਵੱਲ ਨੂੰ ਸਿੱਧਾ ਕੀਤਾ ਸੀ, ਨਿਰੰਕਾਰ ਨੂੰ ਆਰਾਧਿਆ ਸੀਗਾ। ਇਹ ਪਰਮੇਸ਼ਰ ਮੇਰੀ ਰੱਖਿਆ ਕਰਨਾ ਕਰ। ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜ਼ਿਕਰ ਕਰਦੇ ਹਨ ਉਸ ਘਟਨਾ ਦਾ ਹਜੂਰ ਜੋ ਹਰੀਹਰ ਖੇਤਰ ਦੇ ਉੱਪਰ ਵਾਪਰੀ। ਮਹਾਰਾਜ ਆਪਣੀ ਬਾਣੀ ਵਿੱਚ ਹੋਰਨਾਂ ਥਾਵਾਂ ਤੇ ਵੀ ਇਸ ਸਾਖੀ ਦਾ ਮਹਾਰਾਜ ਜੀ ਜ਼ਿਕਰ ਕੀਤਾ। ਹਜੂਰ ਫਰਮਾਉਂਦੇ ਹਨ, ਗਜ ਕੀ ਤਰਾਸ ਮਿਟੀ ਛਿਨਹੁ ਮਹਿ। ਜਿਹੜਾ ਗਜ ਹਾਥੀ ਸੀਗਾ ਉਹਦੇ ਤਰਾਸ ਜਿਹੜਾ ਸੀ, ਉਹਦੇ ਅੰਦਰ ਡਰ ਮੌਤ ਦਾ, ਉਹ ਛਿਨ ਮਾਤਰ ਸਮੇਂ ਦੇ ਅੰਦਰ ਹੀ ਮਹਾਰਾਜ ਕਹਿੰਦੇ ਨਾਸ਼ ਕਰ ਦਿੱਤਾ। ਜਦੋਂ ਹਾਥੀ ਨੇ ਪੁਕਾਰ ਕੀਤੀ ਨਾ ਤੇ ਫਿਰ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਉਸੇ ਸਮੇਂ ਸੁਦਰਸ਼ਨ ਚੱਕਰ ਛੱਡ ਕਰਕੇ ਗਜ ਕੀ ਤਰਾਸ ਮਹਾਰਾਜ ਕਹਿੰਦੇ ਮਿਟੀ ਛਿਨਹੂ ਮੈਂ। ਛਿਨ ਮਾਤਰ ਸਮੇਂ ਦੇ ਅੰਦਰ ਗਜ ਹਾਥੀ ਦਾ ਜਿਹੜਾ ਮੌਤ ਦਾ ਖੌਫ ਸੀ ਵਾਹਿਗੁਰੂ ਨੇ ਨਾਸ਼ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਹਾਥੀ ਨੂੰ ਬਚਾ ਲਿਆ, ਉਹਦੀ ਰੱਖਿਆ ਕੀਤੀ। ਜਬ ਹੀ RAM ਬਖਾਨੋ। ਜਦੋਂ ਉਸ ਹਾਥੀ ਨੇ RAM ਦੇ ਨਾਮ ਨੂੰ ਬਖਾਨੋ ਕਹਿਣਾ ਕੀਤਾ, ਪੁਕਾਰ ਕੀਤੀ ਆਪਣੇ ਦਿਲ ਤੋਂ, ਨਿਰੰਕਾਰ ਨੂੰ ਚੇਤੇ ਕੀਤਾ, ਵਾਹਿਗੁਰੂ ਦੇ ਨਾਮ ਵਿੱਚ ਮਹਾਰਾਜ ਕਹਿੰਦੇ ਵੇਖੋ ਕਿੱਡੀ ਵੱਡੀ ਸ਼ਕਤੀ ਹੈ ਕਿ ਉਸ ਹਾਥੀ ਦੇ ਤਾਈਂ ਛਿਨ ਮਾਤਰ ਸਮੇਂ ਵਿੱਚ ਉਹਦਾ ਡਰ ਜਿਹੜਾ ਸੀ, ਖੌਫ ਜਿਹੜਾ ਸੀ, ਉਹ ਨਾਸ਼ ਕਰ ਦਿੱਤਾ, ਉਹਦੀ ਰੱਖਿਆ ਕੀਤੀ, ਤੰਦੂਏ ਦੀਆਂ ਤਾਰਾਂ ਕੱਟ ਕੇ ਉਸ ਨੂੰ ਬਚਾ ਲਿਆ। ਨਾਰਦ ਕਹਿਤ ਸੁਨਤ ਧਰੁਵ ਬਾਰਿਕ। ਤੇ ਜਦੋਂ ਨਾਰਦ ਜੀ ਨੇ ਕਿਹਾ ਸੀਗਾ, ਸੁਣਤ ਧਰੁਵ ਬਾਰਿਕ, ਨਾਰਦ ਜੀ ਦਾ ਕਿਹਾ ਹੋਇਆ ਸੁਣ ਕਰਕੇ ਜਿਹੜੇ ਧਰੁਵ ਜੀ 5 ਸਾਲ ਦੇ ਬਾਲਕ ਸਨ, 5 ਬਰਖ ਕੋ ਅਨਾਥ ਧਰੁਵ ਬਾਰਿਕ, ਜਿਹੜੇ ਅਨਾਥ ਸੀ ਕਿਉਂਕਿ ਮਤਰੇਈ ਮਾਂ ਨੇ ਪਿਤਾ ਦੀ ਗੋਦ ਵਿੱਚੋਂ ਖਿੱਚ ਕੇ ਉਠਾਲ ਦਿੱਤਾ ਸੀਗਾ। ਤੇ ਜਿਹੜਾ ਸੀ ਧਰੁਵ ਜੀ ਦਾ ਉਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਕਿ ਡੱਡੋ ਲਿੱਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰੀਤਾ, ਕਿਉਂਕਿ ਉਹ ਆਪਣੇ ਉਤਾਨ ਪਦ ਪਿਤਾ ਦੀ ਗੋਦ ਵਿੱਚ ਆ ਕਰਕੇ ਧਰੁਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਪਿਤਾ ਨੇ ਤਾਂ ਪਿਆਰ ਕੀਤਾ, ਬੜੇ ਪਿਆਰ ਨਾਲ ਧਰੁਵ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਬਾਹੋਂ ਪਕੜ ਉਠਾ ਲਿਆ। ਮਨ ਵਿੱਚ ਰੋਸ ਮਤਰੇਈ ਕੀਤਾ, ਮਤਰੇਈ ਮਾਂ ਜਿਹੜੀ ਸੀਗੀ ਉਹਨੂੰ ਬੜਾ ਗੁੱਸਾ ਕੀਤਾ ਤੇ ਬਾਹੋਂ ਪਕੜ ਕੇ ਖਿੱਚ ਕੇ ਧਰੁਵ ਜੀ ਨੂੰ ਪਿਤਾ ਦੀ ਗੋਦ ਵਿੱਚੋਂ ਉਠਾਲ ਦਿੱਤਾ। ਆਖਿਆ ਜੇ ਪਿਓ ਦੀ ਗੋਦ ਵਿੱਚ ਬਹਿਣਾ ਤੇ ਮੇਰੀ ਕੁੱਖ ਤੋਂ ਜਨਮ ਲੈਣਾ ਸੀਗਾ। ਇਉਂ ਜਦੋਂ ਭਗਤ ਧਰੁਵ ਜੀ ਕਹਿੰਦੇ ਭਾਈ ਗੁਰਦਾਸ ਜੀ ਕਿ ਫਿਰ ਡੱਡੋ ਲਿੱਕਾ ਹੌਕੇ ਲੈਣ ਲੱਗ ਗਏ, ਰੋਣ ਲੱਗ ਗਏ। 5 ਸਾਲ ਦੀ ਆਜੂ ਸੀ ਤੇ ਮਾਂ ਨੂੰ ਜਾ ਕਰਕੇ ਕਹਿੰਦੇ ਆ ਡੱਡੋ ਲਿੱਕਾ ਮਾਂ ਪੁੱਛੈ ਤੂੰ ਸੁਆਣੀ ਹੈ ਕਿ ਸਰੀਤਾ। ਆਪਣੀ ਮਾਂ ਨੂੰ ਪੁੱਛਦੇ ਆ ਧਰੁਵ ਜੀ, ਮਾਂ ਤੂੰ ਗੋਲੀ ਹੈ ਕਿ ਪਟਰਾਣੀ ਹੈ। ਤੇ ਫਿਰ ਧਰੁਵ ਜੀ ਦੀ ਮਾਂ ਨੇ ਜੋ ਉੱਤਰ ਦਿੱਤਾ ਭਾਈ ਸਾਹਿਬ ਉਹ ਵੀ ਜ਼ਿਕਰ ਕਰਦੇ ਹੈ ਕਿ ਸੁਆਣੀ ਹਾਂ ਮੈਂ ਜਨਮ ਦੀ। ਮੈਂ ਪੁੱਤਰ ਜਨਮ ਤੋਂ ਤੇਰੇ ਜਿਹੜੇ ਆ ਪਿਤਾ ਦੇ ਜਦੋਂ ਮੇਰਾ ਨਾਤਾ ਹੋਇਆ, ਮੈਂ ਜਿਹੜੀ ਜਨਮ ਤੋਂ ਹੀ ਮੈਂ ਰਾਜੇ ਦੀ ਰਾਜਕੁਮਾਰੀ ਸੀ, ਪਟਰਾਣੀ ਬਣ ਕੇ ਤੇਰੇ ਪਿਤਾ ਨੂੰ ਵਿਆਹੀ ਹੋਈ ਇੱਥੇ ਆਈ ਹਾਂ, ਮੈਂ ਗੋਲੀ ਨਹੀਂ ਹਾਂ। ਪਰ ਮਾਂ ਫਿਰ ਤੇਰਾ ਗੋਲੀਆਂ ਵਾਲਾ ਹਾਲ ਕਿਉਂ ਹੋ ਰਿਹਾ, ਤੇਰਾ ਇੰਨਾ ਬੁਰਾ ਹਾਲ ਹੋ ਰਿਹਾ, ਗੋਲੀਆਂ ਵਰਗੀ ਤੇਰੀ ਹਾਲਤ ਕਿਉਂ ਹੋ ਰਹੀ ਹੈ। ਤੇ ਧਰੁਵ ਜੀ ਦੀ ਮਾਂ ਨੇ ਫਿਰ ਸਿੱਖਿਆ ਦਿੱਤੀ ਸੀ। ਕੀ ਸਿੱਖਿਆ ਦਿੱਤੀ ਸੀ? ਕਿਹਾ ਸੀ ਕਿ ਸੁਆਣੀ ਹਾਂ ਮੈਂ ਜਨਮ ਦੀ, ਪਰ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਹੇ ਧਰੁਵ ਪੁੱਤਰ, ਮੈਂ ਨਾਮ ਨਹੀਂ ਜਪਿਆ, ਭਾਵ ਭਗਤੀ ਵਿੱਚ ਚਿੱਤ ਨਹੀਂ ਜੋੜਿਆ, ਭਾਵ ਭਗਤੀ ਵਾਲਾ ਕਰਮ ਨਹੀਂ ਦ੍ਰਿੜ ਕੀਤਾ। ਇਸ ਕਰਕੇ ਪਟਰਾਣੀ ਹੁੰਦਿਆਂ ਹੋਇਆਂ ਵੀ ਮੇਰੀ ਹਾਲਤ ਜਿਹੜੀ ਹੈ ਨਾ ਉਹ ਗੋਲੀਆਂ ਵਾਲੀ ਹੋ ਰਹੀ ਹੈ। ਫਿਰ ਧਰੁਵ ਜੀ ਨੇ ਪੁੱਛਿਆ ਸੀ ਕਿਸ ਉਦਮ ਤੇ ਰਾਜ ਮਿਲੇ। ਮਾਂ ਫਿਰ ਕਿਹੜੇ ਉਦਮ ਨਾਲ ਰਾਜ ਮਿਲੇਗਾ। ਸ਼ਤਰੂ ਤੇ ਸਭ ਹੋਵਨ ਮੀਤਾ, ਸਾਰੇ ਦੁਸ਼ਮਣਾਂ ਤੋਂ ਮਿੱਤਰ ਬਣ ਜਾਣ। ਤੇ ਫਿਰ ਧਰੁਵ ਜੀ ਦੀ ਮਾਤਾ ਨੇ ਕਿਹਾ ਸੀ ਪੁੱਤਰ ਪਰਮੇਸ਼ਰ ਆਰਾਧੀ ਹੈ, ਵਾਹਿਗੁਰੂ ਦਾ ਨਾਮ ਆਰਾਧੀਏ, ਪਰਮੇਸ਼ਰ ਦਾ ਨਾਮ ਜਪੀਏ, ਜਿੱਦੂ ਹੋਈਏ ਪਤਤ ਪੁਨੀਤਾ।
ਜਿਸ ਨਾਮ ਦੇ ਜਪਣੇ ਕਰਕੇ ਫਿਰ ਪਾਪੀ ਵੀ ਪਵਿੱਤਰ ਹੋ ਜਾਂਦੇ ਆ। ਚੱਲਿਆ ਬਾਹਰ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਤੇ ਧਰੂ ਜੀ 5 ਸਾਲ ਦੀ ਉਮਰ ਦੇ ਅੰਦਰ ਅੱਛਾ ਕਹਿੰਦੇ ਫਿਰ ਮਾਂ ਪਹਿਲੋਂ ਹੁਣ ਬੰਦਗੀ ਕਰਨੀ, ਤੇ ਸਾਰੇ ਮਹਿਲਾਂ ਦੇ ਸੁੱਖ ਛੱਡ ਕੇ ਧਰੂ ਜੀ ਚੱਲ ਪਏ। ਚੱਲਿਆ ਬਾਹਰ ਕਰਨ ਤਪ, ਤਪ ਕਰਨ ਲਈ, ਬੰਦਗੀ ਕਰਨ ਲਈ ਧਰੂ ਜੀ ਚੱਲ ਪਏ ਬਾਹਰ ਨੂੰ। ਮਨ ਬੈਰਾਗੀ ਹੋਏ ਅਤੀਤਾ, ਮਨ ਬੈਰਾਗ ਵਿੱਚ ਆ ਗਿਆ। ਸਾਰੇ ਰਸਾਂ ਕਸਾਂ ਨੂੰ, ਭੋਗਾਂ ਨੂੰ ਛੱਡ ਕਰਕੇ ਅਤੀਤ ਹੋ ਗਏ, ਸੰਸਾਰ ਨੂੰ ਛੱਡ ਕਰਕੇ। ਫਿਰ ਉਹ ਮਹਾਰਾਜ ਜ਼ਿਕਰ ਕਰਦੇ ਆ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਗਵਾਹੀ ਦਿੱਤੀ ਹੈ ਕਿ ਨਾਰਦ ਮੁਨ ਉਪਦੇਸ਼ਿਆ। ਨਾਰਦ ਮੁਨੀ ਜੀ ਨੇ ਤੇ ਸਮੇਂ ਰਾਹ ਵਿੱਚ ਮਿਲੇ, ਕਹਿਣ ਲੱਗੇ ਧਰੂ ਕਿੱਧਰ ਚੱਲੇ ਆ? ਕਹਿਣ ਲੱਗਾ ਮੈਂ ਤਾਂ ਤਪ ਕਰਨ ਚੱਲੇ ਆ, ਬੰਦਗੀ ਕਰਨ ਚੱਲੇ ਆ। ਕਹਿਣ ਲੱਗੇ ਉੱਥੇ ਤਾਂ ਜੰਗਲੀ ਜਾਨਵਰ ਹੋ ਜਾਣ, ਜਿਹੜੇ ਹੋਣਗੇ ਉਹ ਤੈਨੂੰ ਖਾ ਜਾਣਗੇ, ਤੂੰ ਕੀ ਤਪ ਕਰਕੇ ਲਏਂਗਾ? ਤੇ ਧਰੂ ਜੀ ਕਹਿਣ ਲੱਗੇ ਜਦੋਂ ਮਰਨਾ ਮਾਂਡ ਹੀ ਲਿਆ ਹੈ ਤੇ ਹੁਣ ਇਹ ਜੀਵਨ ਨਾਮ ਦੇ ਜਪ ਕੇ ਲੇਖੇ ਲਾਉਣਾ, ਇਹ ਤਾਂ ਹੁਣ ਨਿਰੰਕਾਰ ਦੀ ਮਰਜ਼ੀ ਹੈ ਨਾ, ਜੇ ਜਾਨਵਰ ਖਾ ਜਾਣਗੇ ਤੇ ਖਾ ਜਾਣ। ਇਉਂ ਐਡਾ ਵੱਡਾ ਨਿਸ਼ਚਾ ਵੇਖ ਕੇ, ਨਿਰਭੈਤਾ ਵੇਖ ਕਰਕੇ ਫਿਰ ਨਾਰਦ ਮੁਨ ਉਪਦੇਸ਼ਿਆ। ਨਾਰਦ ਮੁਨੀ ਜੀ ਨੇ ਫਿਰ ਉਪਦੇਸ਼ ਦਿੱਤਾ, ਤੇ ਉਪਦੇਸ਼ ਜਿਹੜਾ ਸੀ ਉਹ ਨਾਰਦ ਮੁਨੀ ਜੀ ਦੇ ਦੇਣ ਕਰਕੇ ਧਰੂ ਜੀ ਦੇ ਗੁਰੂ ਵੀ ਮੰਨਿਆ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨਾਰਦ ਕਹਿਤ ਸੁਨਤ ਧਰੂ ਬਾਰਕ। ਧਰੂ ਜੀ ਬਾਲਕ ਸੀਗੇ, 5 ਸਾਲ ਦੀ ਉਮਰ ਸੀ। ਨਾਰਦ ਜੀ ਨੇ ਜੋ ਆਪਣੇ ਮੁਖ ਤੋਂ ਕਿਹਾ ਨਾ, ਕੀ ਕਿਹਾ? ਰਾਮ ਦਾ ਨਾਮ ਕਿਹਾ, ਨਾਮ ਉਚਾਰਨ ਕੀਤਾ। ਆਖਿਆ ਧਰੂ ਇਸ ਨਾਮ ਨੂੰ ਗ੍ਰਹਿਣ ਕਰ ਲੈ, ਇਸ ਨਾਮ ਨੂੰ ਧਾਰਨ ਕਰ ਲੈ, ਨਾਮ ਦਾ ਨਿਸ਼ਚਾ ਨਾ ਛੱਡੀ। ਇਹ ਨਾਰਦ ਮੁਨ ਜੀ ਨੇ ਉਪਦੇਸ਼ ਦਿੱਤਾ ਫਿਰ ਕਿ ਇਸ ਨਾਮ ਦੀ ਸ਼ਕਤੀ ਕਰਕੇ ਤੇਰੇ ਕੋਲ ਨਹੀਂ ਕੋਈ ਆ ਸਕੇਗੀ, ਤੈਨੂੰ ਭੈਭੀਤ ਕਰਨ ਵਾਲੀ ਸ਼ਕਤੀ, ਤੈਨੂੰ ਛਤੀ ਪਹੁੰਚਾਉਣ ਵਾਲੀ, ਤੇਰਾ ਨੁਕਸਾਨ ਕਰਨ ਵਾਲੀ ਕੋਈ ਚੀਜ਼ ਤੇਰੇ ਨੇੜੇ ਨਹੀਂ ਆ ਸਕੇਗੀ। ਜੰਗਲੀ ਜਾਨਵਰਾਂ ਦੀ ਤਾਂ ਕੀ ਬਾਤ ਹੈ। ਤੇ ਫਿਰ ਜਦੋਂ ਧਰੂ ਜੀ ਨੇ ਬੰਦਗੀ ਕੀਤੀ ਨਾ, ਤੇ ਉਤਾਨਪਦ ਰਾਜੇ ਨੂੰ ਵੀ ਪਤਾ ਲੱਗਾ, ਉਹਨੂੰ ਵੀ ਆ ਕੇ ਰਾਜ ਭੇਟ ਕਰ ਦਿੱਤਾ ਸਾਰਾ ਹੀ। ਕਹਿੰਦੇ ਹੁਣ ਨਹੀਂ ਇਹ ਨਾਸ਼ਵੰਤ ਰਾਜ ਕਰਨਾ। ਇਸੇ ਕਰਕੇ ਭਾਈ ਸਾਹਿਬ ਨੇ ਲਿਖਿਆ ਹੈ ਕਿ ਜਿਹੜੇ ਹਾਰ ਚੱਲੇ ਗੁਰਮੁਖ ਜਗ ਜੀਤਾ। ਮਨਮੁਖ ਹਾਰ ਜਾਂਦੇ ਆ, ਗੁਰਮੁਖ ਨਾਮ ਜਪ ਕੇ ਇਸ ਜਗਤ ਨੂੰ ਜਿੱਤ ਪ੍ਰਾਪਤ ਕਰਕੇ ਜਾਂਦੇ ਆ, ਕਿਉਂਕਿ ਉਹ ਨਾਮ ਵਿੱਚ ਆਪਣੀ ਸੁਰਤ ਜੋੜ ਕੇ ਆਪਣਾ ਜੀਵਨ ਜਿਉਂਦੇ ਆ। ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਨਾਰਦ ਜੀ ਨੇ ਕਿਹਾ ਸੀ ਨਾਮ ਦਾ ਉਪਦੇਸ਼, ਤੇ ਉਹ ਸੁਣ ਕਰਕੇ ਧਰੂ ਜੀ ਜੋ ਬਾਲਕ ਸਨ, 5 ਸਾਲ ਦੀ ਅਵਸਥਾ ਸੀਗੀ, ਭਜਨ ਮਾਹੇ ਲਪਟਾਨੋ। ਤੇ ਭਜਨ ਦੇ ਅੰਦਰ ਹੀ ਫਿਰ ਲਪਟ ਗਏ। ਭਜਨ ਦੇ ਅੰਦਰ ਹੀ ਉਹਨਾਂ ਦਾ ਚਿੱਤ ਜੁੜ ਗਿਆ, ਇੱਕ ਮਿਕ ਹੋ ਗਏ। ਤੇ ਵਾਹਿਗੁਰੂ ਜੀ ਫਿਰ ਸਾਖਿਆਤ ਹੋ ਗਏ। ਭਗਤ ਧਰੂ ਜੀ ਨੂੰ ਦਰਸ਼ਨ ਦਿੱਤਾ ਤੇ ਮਹਾਰਾਜ ਜੀ ਨੇ ਕਿਹਾ ਕਿ 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਵਾਹਿਗੁਰੂ ਨੂੰ ਸਿਮਰ ਕਰਕੇ ਅਮਰ ਤੇ ਅਟਲ ਪਦਵੀ ਨੂੰ ਧਰੂ ਜੀ ਨੇ ਪ੍ਰਾਪਤ ਕਰ ਲਿਆ। ਜਿਹੜੀ ਤਾਰਾ ਮੰਡਲ ਸਾਰਾ ਕਹਿੰਦੇ ਤੇਰੀ ਪਰਿਕਰਮਾ ਕਰੇਗਾ, ਤੂੰ ਸਥਿਰ ਹੋ ਜਾ, ਅਟਲ ਕਰ ਦਿੱਤਾ। ਮੌਤ ਤੋਂ ਰਹਿਤ ਜਿਹੜੀ ਪਦਵੀ ਹੈ ਉਹ ਬਖਸ਼ਿਸ਼ ਕਰ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਜਨ ਮਾਹੇ ਲਪਟਾਨੋ। ਧਰੂ ਜੀ ਨੇ ਨਾਰਦ ਮੁਨੀ ਜੀ ਤੋਂ ਨਾਮ ਦਾ ਉਪਦੇਸ਼ ਲੈ ਕਰਕੇ ਆਪਣੀ ਬਿਰਤੀ ਨੂੰ, ਆਪਣੀ ਸੁਰਤ ਨੂੰ ਭਜਨ ਵਿੱਚ ਲਿਪਟ ਕਰ ਲਿਆ। ਭਜਨ ਦੇ ਅੰਦਰ ਲੱਗ ਗਏ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਜੀ ਤੋਂ ਨਾਮ ਦਾ ਉਪਦੇਸ਼ ਲਿਆ, ਜਿਹੜਾ ਅਸੀਂ 5 ਪਿਆਰਿਆਂ ਤੋਂ ਗੁਰਮੰਤਰ ਲਿਆ, ਮੂਲ ਮੰਤਰ ਲਿਆ ਹੈ, ਮਹਾਰਾਜ ਕਹਿੰਦੇ ਉਸ ਗੁਰਮੰਤਰ ਨਾਲ ਤੇ ਉਸ ਮੂਲ ਮੰਤਰ ਨਾਲ ਆਪਣੇ ਮਨ ਕਰਕੇ ਲਿਪਟ ਜਾਈਏ। ਭਾਵ ਮਨ ਜਿਹੜਾ ਨਾ ਉਹ ਵਾਹਿਗੁਰੂ ਮੰਤਰ ਵਿੱਚ ਲਾ ਲਈਏ, ਵਾਹਿਗੁਰੂ ਦੇ ਨਾਮ ਵਿੱਚ ਲਾ ਲਈਏ। ਸਤਿਗੁਰੂ ਜੀ ਕਹਿੰਦੇ ਫਿਰ ਦੁੱਖ ਸਾਰੇ ਮਿਟ ਜਾਣਗੇ ਜਦੋਂ ਨਾਮ ਵਿੱਚ ਮਨ ਲੱਗ ਗਿਆ। ਪਰ ਨਾਮ ਵਿੱਚ ਮਨ ਨਹੀਂ ਨਾ ਲੱਗਦਾ, ਜਿਸ ਕਰਕੇ ਫਿਰ ਜੀਵ ਦੁਖੀ ਹੁੰਦੇ ਆ, ਪਰੇਸ਼ਾਨ ਹੁੰਦੇ ਆ। ਮਨ ਕਿੱਥੇ ਲਪਟਿਆ ਹੋਇਆ? ਨਸ਼ਵਰ ਸੰਸਾਰ ਦੇ ਸੁੱਖਾਂ ਵਿੱਚ ਲਪਟਿਆ ਹੋਇਆ, ਦੇਹ ਦੇ ਵਿਸ਼ੇ ਸੁੱਖਾਂ ਵਿੱਚ ਮਨ ਲਪਟਿਆ ਹੋਇਆ, ਜਵਾਨ ਦੇ ਰਸਾਂ ਵਿੱਚ, ਕੰਨਾਂ ਦੇ, ਅੱਖਾਂ ਦੇ ਵਿਸ਼ਿਆਂ ਵਿੱਚ ਮਹਾਰਾਜ ਕਹਿੰਦੇ ਮਨ ਲਪਟਿਆ ਹੋਇਆ।
ਤੇ ਫਿਰ ਦੁੱਖ ਕਿੱਥੋਂ ਮਿਟਣਗੇ। ਦੁੱਖ ਹਰਤਾ ਹਰ ਨਾਮ ਪਛਾਨੋ। ਦੁੱਖਾਂ ਦਾ ਨਾਸ਼ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਮਹਾਰਾਜ ਕਹਿੰਦੇ ਗੁਰੂ ਜੀ ਦੁਆਰਾ ਪਹਿਚਾਨ ਕਰ ਲਓ ਇਸ ਗੱਲ ਦੀ। ਹੋਰ ਕਿਸੇ ਚੀਜ਼ ਨਾਲ ਦੁੱਖ ਨਹੀਂ ਮਿਟਦੇ ਹਨ। ਇਸ ਕਰਕੇ ਆਪਣੇ ਚਿੱਤ ਨੂੰ ਭਜਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਲਾ ਲਓ, ਜਿਵੇਂ ਧਰੂ ਜੀ ਨੇ ਲਾਇਆ ਸੀਗਾ। ਆਪਣੇ ਗੁਰੂ ਨਾਰਦ ਦਾ ਉਪਦੇਸ਼ ਕੰਨਾਂ ਨਾਲ ਸੁਣ ਕਰਕੇ ਅਚਲ ਅਮਰ ਨਿਰਭੈ ਪਦ ਪਾਇਓ। ਅਚਲ ਪਦਵੀ ਧਰੂ ਜੀ ਨੂੰ ਪ੍ਰਾਪਤ ਹੋ ਗਈ, ਸਦਾ ਸਥਿਰ ਰਹਿਣ ਵਾਲੀ ਅਮਰਾ ਪਦਵੀ ਪਾ ਲਈ, ਜਿੱਥੇ ਕਦੇ ਮੌਤ ਨਹੀਂ ਵਿਆਪਦੀ। ਨਿਰਭੈ ਪਦਵੀ, ਇਹ ਤਿੰਨ ਸ਼ਬਦ ਮਹਾਰਾਜ ਦੱਸੇ ਐ। ਅਚਲ ਅਮਰ ਨਿਰਭੈ। ਅਚਲ ਜਿਹੜੀ ਕਦੇ ਚਲਾਇਮਾਨ ਨਾ ਹੋਵੇ, ਕਿਉਂਕਿ ਜਿਹੜੇ ਇਹ ਸੰਸਾਰ ਦੀਆਂ ਪਦਵੀਆਂ ਨੇ, ਇਹ ਫਿਰ ਵੋਟਾਂ ਪਾ ਕੇ ਆਪਣੇ ਆਪ ਨੂੰ ਉਹਨਾਂ ਪਦਵੀਆਂ ਤੇ ਸਥਿਰ ਰੱਖਣਾ ਚਾਹੁੰਦੇ ਆ, ਡਿੱਗ ਜਾਂਦੇ ਉਹ ਪਦਵੀ ਤੋਂ। ਪਦਵੀ ਸਥਿਰ ਨਹੀਂ ਰਹਿੰਦੀ ਹੈ। ਇਹੋ ਜਿਹੀਆਂ ਪਦਵੀਆਂ ਜਿਹੜੀਆਂ ਕਦੇ ਅਟਲ ਨਾ ਰਹਿਣ, ਤੇ ਉਹਨਾਂ ਦੇ ਖੁਸਣ ਕਰਕੇ ਫਿਰ ਜੀਵ ਦੁਖੀ ਹੁੰਦਾ ਹੈ। ਪਰ ਨਾਮ ਦੇ ਜਪਣੇ ਕਰਕੇ ਧੂ ਜੀ ਨੂੰ ਅਚਲ ਜਿਹੜੀ ਹੈ ਚਲਾਇਮਾਨ ਨਾ ਹੋਵੇ, ਉਹ ਜਿਹੜੀ ਪਦਵੀ ਤੋਂ ਕੋਈ ਗਿਰੇ ਨਾ, ਉਹ ਪਦ ਪ੍ਰਾਪਤ ਹੋ ਗਿਆ। ਤੇ ਅਮਰ, ਜਿੱਥੋਂ ਮਰਨਾ ਨੂੰ ਨਾ ਪਵੇ, ਮ੍ਰਿਤਿਉ ਭਾਵ ਨੂੰ ਨਾ ਪ੍ਰਾਪਤ ਹੋ ਸਕੀਏ, ਉਹ ਅਮਰਾ ਪਦਵੀ ਪ੍ਰਾਪਤ ਹੋ ਗਈ। ਧਰੂ ਜੀ ਦਾ ਨਾਮ ਹੀ ਸਦਾ ਵਾਸਤੇ ਸਥਿਰ ਜਿਹੜਾ ਸੀ ਹੋ ਗਿਆ। ਸਦਾ ਸਦਾ ਲਈ ਨਾਮ ਅਮਰ ਕਰ ਦਿੱਤਾ ਤੇ ਖੌਫ ਤੋਂ ਰਹਿਤ ਕਰ ਦਿੱਤਾ। ਨਿਰਭੈ ਪਦਵੀ ਜਿਹੜੀ ਸੀ, ਉਹ ਮਹਾਰਾਜ ਕਹਿੰਦੇ ਭਾਈ ਅਚਲ ਅਮਰ ਨਿਰਭੈ ਪਦ ਪਾਇਓ। ਜਿਹੜਾ ਧਰੂ ਜੀ ਨੇ ਇਹ ਪਦ ਪਾਏ ਨਾ ਤਿੰਨੇ ਹੀ, ਇਹ ਮਹਾਰਾਜ ਕਹਿੰਦੇ ਨਾਮ ਦੇ ਜਪਣ ਨਾਲ ਜੀਵ ਤੂੰ ਪਾ ਲਏਗਾ। ਤੈਨੂੰ ਅਚਲ ਪਦਵੀ ਕਿਹੜੀ ਹੈ? ਬ੍ਰਹਮ ਗਿਆਨ ਦੀ ਅਚਲ ਪਦਵੀ ਪ੍ਰਾਪਤ ਹੋ ਜਾਏਗੀ ਨਾਮ ਦੀ ਬਰਕਤ ਨਾਲ। ਹੁਣ ਤਾਂ ਤੇਰਾ ਚਿੱਤ ਚਲਾਇਮਾਨ ਹੋ ਜਾਂਦਾ ਨਾ, ਕਦੇ ਭਜਨ ਵਿੱਚ ਜੁੜਦਾ ਹੈ ਤੇ ਕਦੇ ਫਿਰ ਤੇਰਾ ਚਿੱਤ ਚਲਾਇਮਾਨ ਹੋ ਜਾਂਦਾ, ਕਦੇ ਫਿਰ ਵਿਸ਼ਿਆਂ ਵਿੱਚ ਰਸਾਂ ਵਿੱਚ ਡੁੱਲ ਜਾਂਦਾ ਹੈ। ਪਰ ਜਦੋਂ ਨਾਮ ਨੂੰ ਤੀਬਰਤਾ ਨਾਲ ਜਪਿਆ ਨਾ, ਨਾਮ ਦੇ ਵਿੱਚ ਤੇਰਾ ਮਨ ਇੱਕ ਰਸ ਲੱਗ ਗਿਆ, ਉਦੋਂ ਫਿਰ ਤੈਨੂੰ ਅਚਲ ਪਦਵੀ ਜਿਹੜੀ ਬ੍ਰਹਮ ਗਿਆਨ ਦੀ ਪਦਵੀ ਹੈ ਨਾ, ਜਿੱਥੋਂ ਫਿਰ ਗਿਰੀਦਾ ਨਹੀਂ, ਉਹ ਪਦਵੀ ਪ੍ਰਾਪਤ ਹੋ ਜਾਏਗੀ। ਤੇ ਫਿਰ ਜੂਨਾਂ ਵਿੱਚ ਆ ਕੇ ਮਰਨਾ ਪੈਂਦਾ, ਰੂਹ ਦੁਖੀ ਹੁੰਦੀ ਹੈ, ਸੂਖਸ਼ਮ ਸਰੀਰ ਨੂੰ ਸਾਰੀ ਪੀੜਾ ਸਹਿਣੀ ਪੈਂਦੀ ਹੈ। ਜਾਨਵਰਾਂ ਪੰਛੀਆਂ ਨੂੰ ਕਿੱਡੇ ਦੁੱਖ ਹੁੰਦੇ ਆ, ਇਹ ਸਰੀਰ ਦੇਹ ਵਿੱਚ ਕਿੱਡੇ ਦੁੱਖ ਹੈ ਨਾਮ ਨੂੰ ਭੁੱਲਣੇ ਕਰਕੇ। ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰੇ ਹੀ ਦੁੱਖ ਨਾਸ਼ ਹੋ ਜਾਣਗੇ ਜਦੋਂ ਤੂੰ ਫਿਰ ਅਮਰਾ ਪਦਵੀ ਨੂੰ ਹੀ ਪ੍ਰਾਪਤ ਹੋ ਗਿਆ। ਕਿਉਂਕਿ ਦੇਹ ਵਿੱਚ ਆਉਣਾ ਹੀ ਨਹੀਂ ਪੈਣਾ, ਮ੍ਰਿਤਿਉ ਤੋਂ ਰਹਿਤ ਹੋ ਜਾਵੇਂਗਾ, ਮਰਨ ਦੇ ਚੱਕਰ ਤੋਂ ਹੀ ਬਾਹਰ ਨਿਕਲ ਜਾਵੇਂਗਾ। ਤੇ ਬਾਰ-ਬਾਰ ਜਦੋਂ ਜਨਮ ਲੈਣਾ ਤੇ ਮਰਨ ਦਾ ਡਰ ਤੈਨੂੰ ਚਿੰਬੜਿਆ ਰਹਿੰਦਾ। ਹੋਰ ਬੜੇ ਸਾਰੇ ਭੈ ਜਿਹੜੇ ਆ ਉਹ ਤੈਨੂੰ ਤੰਗ ਕਰਦੇ ਰਹਿੰਦੇ ਆ। ਇਹ ਮਹਾਰਾਜ ਕਹਿੰਦੇ ਨੇ ਅਚਲ ਅਮਰ ਤੇ ਨਿਰਭੈ ਪਦਵੀ ਨੂੰ ਇਹ ਜੀਵ, ਇਹ ਗੁਰਸਿੱਖੋ ਤੁਸੀਂ ਵੀ ਪਾ ਲਵੋਗੇ। ਕਦੋਂ? ਜਦੋਂ ਵਾਹਿਗੁਰੂ ਦੇ ਨਾਮ ਵਿੱਚ ਲਿਪਟ ਜਾਓਗੇ। ਵਾਹਿਗੁਰੂ ਦੇ ਨਾਮ ਨਾਲ ਚਿੱਤ ਜਿਹੜਾ ਹੈ ਇੱਕਮਿਕ ਹੋ ਜਾਵੇਗਾ। ਇਸ ਕਰਕੇ ਦੁੱਖ ਉਦੋਂ ਤੱਕ ਹੀ ਹੈ ਜਦੋਂ ਤੱਕ ਨਾਮ ਦਾ ਪਿਆਰ ਨਹੀਂ, ਜਦੋਂ ਤੱਕ ਨਾਮ ਦਾ ਚਿੰਤਨ ਨਹੀਂ। ਜਦੋਂ ਵਾਹਿਗੁਰੂ ਨਾਮ ਵਿੱਚ ਪ੍ਰੇਮ ਲੱਗ ਗਿਆ, ਸਾਰੇ ਦੁੱਖ ਹੀ ਅਭਾਵ ਹੋ ਜਾਣਗੇ। ਜਗਤ ਜਾਹੇ ਹੈਰਾਨੋ। ਸਾਰਾ ਜਗਤ ਹੀ ਮਹਾਰਾਜ ਕਹਿੰਦੇ ਜਿਸ ਗੱਲ ਤੋਂ ਹੈਰਾਨ ਹੋ ਗਿਆ ਕਿ ਵੇਖੋ 5 ਸਾਲ ਦੇ ਅਨਾਥ ਸੀਗੇ ਧਰੂ ਜੀ, 5 ਸਾਲ ਦੇ ਬਾਲਕ, ਤੇ ਐਡੀ ਵੱਡੀ ਅਵਸਥਾ, ਇੰਨੀ ਛੋਟੀ ਉਮਰ 'ਚ ਐਡਾ ਵੱਡਾ ਰਾਜ। ਸਾਰੇ ਜਿੰਨੇ ਰਾਜੇ ਸੀ ਉਹ ਵੀ ਧਰੂ ਜੀ ਦਾ ਜਿਹੜਾ ਸੀ ਉਹ ਪ੍ਰਤਾਪ ਮੰਨਦੇ ਸੀਗੇ। ਇਹ ਸਾਰਾ ਜਗਤ ਹੀ ਹੈਰਾਨ ਹੋ ਗਿਆ। ਐਡਾ ਨਾਮ ਦਾ ਪ੍ਰਤਾਪ ਹੈ, ਐਡੀ ਵੱਡੀ ਨਾਮ ਦੀ ਸ਼ਕਤੀ ਹੈ। ਇਹ ਨਾਮ ਦੀ ਸ਼ਕਤੀ ਸੀ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ। ਵੱਡੀਆਂ ਵੱਡੀਆਂ ਹਕੂਮਤਾਂ ਇਹ ਝੁਕ ਜਾਂਦੀਆਂ, ਜਗਤ ਜਾਹੇ ਹੈਰਾਨੋ। ਅੱਜ ਜਗਤ ਦੇ ਲੋਕ ਹੈਰਾਨ ਹੁੰਦੇ ਆ ਕਿ ਇੰਨੇ ਛੋਟੀ ਜੀ ਸਿੰਘਾਂ ਦੀ ਗਿਣਤੀ ਨਾਲ ਤੇ ਐਡੀ ਵੱਡੀ ਫੌਜ ਨੂੰ ਰੋਕ ਦੇਣਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਨਾਮ ਦੀ ਬਰਕਤ ਵੈ, ਜਗਤ ਜਾਹੇ ਹੈਰਾਨੋ।
ਜਿਸ ਨਾਮ ਦੀ ਸ਼ਕਤੀ ਨੂੰ ਵੇਖ ਕੇ ਫਿਰ ਜਗਤ ਹੈਰਾਨ ਹੋ ਜਾਂਦਾ ਹੈ। ਜਿਹੜੀ ਧਰੂ ਜੀ ਨੂੰ ਅਮਰਾ ਪਦਵੀ ਪ੍ਰਾਪਤ ਹੋਈ, ਅਚਲ ਪਦਵੀ ਨਿਰਭੈ ਪਦ ਪ੍ਰਾਪਤ ਹੋਇਆ, ਵੇਖ ਕਰਕੇ ਸਾਰਾ ਜਗਤ ਹੀ ਹੈਰਾਨ ਹੋ ਗਿਆ ਕਿ 5 ਸਾਲ ਦੀ ਅਵਸਥਾ ਵਿੱਚ ਐਡੀ ਵੱਡੀ ਦਾਤ ਇਹ ਧਰੂ ਜੀ ਨੂੰ ਪ੍ਰਾਪਤ ਹੋਈ। ਸਾਰੇ ਲੋਕ ਹੈਰਾਨ ਹੋ ਜਾਂਦੇ ਆ। ਨਾਨਕ ਕਹਿਤ ਭਗਤ ਰਛਕ ਹਰ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰਸਿੱਖੋ ਇਸ ਗੱਲ ਦਾ ਵੀ ਵਿਸਵੇ ਨਿਸ਼ਚਾ ਕਰ ਲਓ ਕਿ ਮੇਰਾ ਜਿਹੜਾ ਵਾਹਿਗੁਰੂ ਹੈ ਨਾ, ਸਤਿਗੁਰੂ ਕਹਿੰਦੇ ਭਗਤ ਰਖਸ਼ਕ ਹੈ। ਉਹ ਜਰਵਾਣੇ ਦਾ ਭਖਸ਼ਕ ਹੈ ਤੇ ਆਪਣੇ ਭਗਤ ਦੀ ਰੱਖਿਆ ਅਵਸ਼ ਬਰ ਅਵਸ਼ ਜ਼ਰੂਰ ਵਾਰ ਜ਼ਰੂਰ ਕਰਦਾ ਹੈ। ਸਾਨੂੰ ਉਹਦੀ ਪਿਆਰ ਨਾਲ ਭਗਤੀ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਵੇਖਦੇ ਆ ਕਿ ਮੇਰੇ ਤੇ ਨਿਸ਼ਚਾ ਵੀ ਕਰਦਾ ਹੈ ਕਿ ਨਹੀਂ ਕਰਦਾ ਹੈ। ਭਗਤ ਪ੍ਰਹਿਲਾਦ ਜੀ ਦਾ ਜੇ ਨਿਸ਼ਚਾ ਸੀਗਾ ਤਾਂ ਹੀ ਤਾਂ ਭਗਤ ਜੀ ਅੱਗ ਵਿੱਚ ਵੀ ਬੇਖੌਫ ਵੜ ਗਏ ਸੀ, ਕਿਉਂ ਅੱਗ ਵਿੱਚ ਵੀ ਨਿਰੰਕਾਰ ਦਾ ਦਰਸ਼ਨ ਹੁੰਦਾ ਸੀ ਤੇ ਅੱਗ ਨੇ ਸਾੜਿਆ ਨਹੀਂ। ਤੱਤਾਂ ਦੇ ਸੁਭਾਅ ਹੀ ਵਿਪਰੀਤ ਕਰ ਦਿੱਤੇ ਵਾਹਿਗੁਰੂ ਨੇ। ਅੱਗ ਨੇ ਕਿਹਾ ਵਾਹਿਗੁਰੂ ਦਾ ਭਗਤ ਹੈ, ਮੈਂ ਨਹੀਂ ਸਾੜਨਾ, ਤੱਤ ਹੀ ਬਦਲ ਗਏ। ਪਾਣੀ ਕਹਿੰਦਾ ਵਾਹਿਗੁਰੂ ਦਾ ਭਗਤ ਹੈ, ਮੈਂ ਨਹੀਂ ਡੋਬਣਾ। ਪਹਾੜ ਜਿਹੜੇ ਸੀ ਪੱਥਰ ਵਰਗੇ, ਉਹ ਰੂੰ ਦੇ ਗੋੜਿਆਂ ਵਰਗੇ ਨਰਮ ਹੋ ਗਏ ਜਦੋਂ ਧਰੂ ਜੀ ਨੂੰ ਪੱਥਰ ਦੇ ਪਹਾੜ ਦੇ ਉੱਤੋਂ ਰੇੜਿਆ ਗਿਆ ਕਿ ਹੱਡ ਟੁੱਟਣ ਨਾਲ ਮਰ ਜਾਵੇਗਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਨਾਨਕ ਕਹਿਤ ਭਗਤ ਰਛਕ ਹਰ। ਮੇਰਾ ਹਰੀ ਜੋ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ, ਸਭ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਵਾਂ ਸਰੂਪ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਮੇਰਾ ਵਾਹਿਗੁਰੂ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ, ਜਿਹੜਾ ਉਹਦੀ ਪਿਆਰ ਨਾਲ ਭਗਤੀ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਵੇਖ ਲਓ, ਅਜਾਮਲ ਦੀ ਰੱਖਿਆ ਪਾਪਾਂ ਤੋਂ ਕਰ ਲਈ, ਗਨਕਾ ਦੀ ਅਧੋਗਤੀ ਨਹੀਂ ਹੋਣ ਦਿੱਤੀ। ਫਿਰ ਧਰੂ ਜੀ ਦੇ ਮਨ ਦੇ ਅੰਦਰ ਸ਼ੰਕਾ ਆਈ ਕਿ ਮੇਰੀ ਮਾਂ ਦਾ ਇੰਨਾ ਨਰਾਦਰ ਕਿਉਂ ਹੈ। ਮਾਂ ਨੇ ਸਿੱਖਿਆ ਦਿੱਤੀ ਕਿ ਪੁੱਤਰ ਪਰਮੇਸ਼ਰ ਆਰਾਧੀ ਹੈ। ਫਿਰ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਏ ਧਰੂ ਜੀ। ਐਡੀ ਵੱਡੀ ਬਖਸ਼ਿਸ਼ ਪ੍ਰਾਪਤ ਹੋਈ ਕਿ ਸਾਰਾ ਰਾਜ ਭਾਗ ਹੀ ਪ੍ਰਾਪਤ ਹੋ ਗਿਆ। ਇਉਂ ਬੜਾ ਲੰਮਾ ਸਮਾਂ 36,000 ਵਰਾ ਧਰੂ ਜੀ ਨੇ ਫਿਰ ਧਰਤੀ ਤੇ ਰਾਜ ਕੀਤਾ ਸੀ ਤੇ ਫਿਰ ਉਹ ਰਾਜ ਭੋਗ ਕੇ ਅਮਰਾ ਪਦਵੀ ਨੂੰ ਪ੍ਰਾਪਤ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਜਿਸ ਨੇ ਓਟ ਲਈ ਹੈ ਨਾ ਵਾਹਿਗੁਰੂ ਜੀ ਦੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਉਹ ਸੰਸਾਰ ਦੇ ਅੰਦਰ ਕਿਸੇ ਵੀ ਦੁੱਖ ਕਰਕੇ ਮਾਰਿਆ ਨਹੀਂ ਗਿਆ। ਮਹਾਰਾਜ ਨੇ ਕਿਹਾ ਨੇ, ਇਸ ਕਰਕੇ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਮਨ ਰੇ ਓਟ ਲਿਹੋ ਹਰ ਨਾਮਾ। ਵਾਹਿਗੁਰੂ ਦੇ ਨਾਮ ਦੀ ਓਟ ਲੈ, ਵਾਹਿਗੁਰੂ ਦੇ ਨਾਮ ਦਾ ਆਸਰਾ ਲੈ, ਕਿਉਂਕਿ ਮੇਰਾ ਵਾਹਿਗੁਰੂ ਭਗਤ ਰੱਖਿਅਕ ਹੈ। ਭਗਤ ਦੀ ਅਵਸ਼ ਬਰ ਅਵਸ਼ ਜ਼ਰੂਰ ਬਰ ਜ਼ਰੂਰ ਆਪਣੇ ਸੇਵਕ ਦੀ ਵਾਹਿਗੁਰੂ ਜੀ ਰੱਖਿਆ ਕਰਦੇ ਆ, ਲਾਜ ਰੱਖਦੇ ਹਨ। ਨਿਕਟ ਤਾਹੇ ਤੁਮ ਮਾਨੋ। ਤੂੰ ਉਸ ਨੂੰ ਆਪਣੇ ਨੇੜੇ ਮਹਾਰਾਜ ਕਹਿੰਦੇ ਮੰਨਣਾ ਕਰ। हे ਗੁਰਸਿੱਖੋ, ਉਸ ਵਾਹਿਗੁਰੂ ਨੂੰ ਆਪਣੇ ਨੇੜੇ ਮੰਨਣਾ ਕਰੋ, ਨੇੜੇ ਜਾਣਨਾ ਕਰੋ। ਜਦੋਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸਣੀ ਹੋਵੇ ਤੇ ਬੜੇ ਨੇੜਲੂ ਨੂੰ ਦੱਸੀਦੀ ਹੈ ਕਿ ਬੜਾ ਮੇਰੇ ਨੇੜੇ ਹੈ, ਇਹ ਮਿੱਤਰ ਮੇਰਾ ਬੜੇ ਹੀ ਨੇੜਲਾ ਮਿੱਤਰ ਹੈ। ਪਰ ਮਹਾਰਾਜ ਕਹਿੰਦੇ ਸਭ ਤੋਂ ਨਿਕਟ ਤਾਂ ਵਾਹਿਗੁਰੂ ਹੈ। ਆਪਣੇ ਮਨ ਦੀ ਵਿਥਿਆ ਵਾਹਿਗੁਰੂ ਦੇ ਕੋਲ ਕਹਿਣੀ ਚਾਹੀਦੀ ਹੈ। ਆਪਣੇ ਮਨ ਦੀ ਪੀੜਾ, ਆਪਣੇ ਮਨ ਦਾ ਦਰਦ ਪਰਮੇਸ਼ਰ ਦੇ ਅੱਗੇ ਦੱਸਣਾ ਚਾਹੀਦਾ ਹੈ। ਤੇ ਇਸ ਗੱਲ ਨੂੰ ਨਿਸ਼ਚੈ ਕਰ ਲੈ, ਉਹ ਤੇਰੇ ਨੇੜੇ ਹੈ, ਉਹ ਤੇਰੇ ਕੋਲ ਹੈ ਤੇ ਭਗਤ ਰੱਖਿਅਕ ਹੈ। ਇਸ ਕਰਕੇ ਤੂੰ ਵਾਹਿਗੁਰੂ ਦੀ ਭਗਤੀ ਕਰ ਲੈ, ਪਰਮੇਸ਼ਰ ਦਾ ਨਾਮ ਜਪ ਲੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮਾਨਖ ਕੀ ਕਹੋ ਕੇਤਕ ਬਾਤ, ਜਮ ਤੇ ਰਾਖੈ ਦੇ ਕਰ ਹਾਥ। ਤਾਂ ਮਨੁੱਖ ਦੀ ਕੀ ਗੱਲ ਵੈ, ਤੂੰ ਆ ਮਨੁੱਖਾਂ ਤੋਂ ਡਰਦਾ ਕਿ ਤੇਰਾ ਕੋਈ ਕੁਝ ਮਨੁੱਖ ਨਾ ਵਿਗਾੜ ਦੇਵੇ, ਆ ਦੇਸ਼ਾਂ ਦੀਆਂ ਹਕੂਮਤਾਂ ਨਾ ਕੁਝ ਵਿਗਾੜ ਦੇਣ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਤਾਂ ਜਮ ਤੇ ਰਾਖੈ ਦੇ ਕਰ ਹਾਥ, ਉਹ ਤਾਂ ਜਮ ਤੋਂ ਹੱਥ ਦੇ ਕੇ ਰੱਖਿਆ ਕਰ ਲੈਂਦਾ, ਆਪਣੇ ਭਗਤ ਦੀ ਰੱਖਿਆ ਕਰਦਾ ਹੈ। ਇਉਂ ਵਾਹਿਗੁਰੂ ਦਾ ਇਹ ਸੁਭਾਅ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜੇ ਤੂੰ ਸਾਰੇ ਦੁੱਖਾਂ ਨੂੰ ਨਾਸ਼ ਕਰਨਾ ਤੇ ਵਾਹਿਗੁਰੂ ਦੇ ਚਰਨਾਂ ਨਾਲ ਲਿਪਟ ਜਾ, ਪਰਮੇਸ਼ਰ ਦੇ ਨਾਲ ਜੁੜ ਜਾ।
ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਗ ਬਿਲਾਵਲ ਵਿੱਚ ਮਹਾਰਾਜ ਜੀ ਦਾ ਅੱਜ ਪਹਿਲਾ ਸ਼ਬਦ ਜਿਹੜਾ ਹੈ ਉਹ ਆਰੰਭ ਹੋਇਆ ਹੈ। 2 ਹੋਰ ਸ਼ਬਦ ਨੇ, ਮਹਾਰਾਜ ਸਾਹਿਬ ਕਿਰਪਾ ਕਰਨ ਸਰਵਣ ਕਰਾਂਗੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅਚਲ ਅਮਰ ਨਿਰਭੈ ਪਦ ਪਾਇਓ, ਜਗਤ ਜਾਹੇ ਹੈਰਾਨੋ, ਨਾਨਕ ਕਹਿਤ ਭਗਤ ਰਖਸ਼ਕ ਹਰ, ਨਿਕਟ ਤਾਹੇ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰ ਨਉ ਨਿਦ ਆਵੈ ਧਾਏ, ਕਰ ਨਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਕਰ ਨਉ ਨਿਦ ਆਵੈ ਧਾਏ, ਕਰ ਨਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।